ਸਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕਈ ਨਾਨਕ ਪ੍ਰਭੂ ਦਇਆਲ। ਪੌੜੀ ਅਸ਼ਟਮੀ ਅਸ਼ਟ ਸਿਧ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਦਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮਹਿ ਊਚ ਵਸੇਖ ਗਿਆਨ ਹਰ ਹਰ ਭਜਨ ਪੂਰੈ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾਂ ਦਾ ਵਿਸਾ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਮਰੱਥ ਗੁਰੂ ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦਾ ਸਾਗਰ ਸੱਚੇ ਪਾਤਸ਼ਾਹ ਪ੍ਰਤੱਖ ਸਮਰੱਥ ਸਤਿਗੁਰੂ ਗੁਰੂਆਂ ਦੀ ਭਗਤਾਂ ਦੀ ਪਿਆਰਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਬਦ ਬਾਣੀ ਬਾਣੀ ਗੁਰੂ ਗੁਰੂ ਹੈ ਵਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਜੀ ਧੰਤਾ ਦੇ ਯੋਗ ਅਸੀਂ ਸਾਰੇ ਹੀ ਵਡਭਾਗੇ ਹਾਂ। ਗੁਰੂ ਨੇ ਮੁੜ ਕਿਰਪਾ ਕੀਤੀ ਹੈ, ਸਾਨੂੰ ਨਾਮ ਰੂਪੀ ਭੋਜਨ ਛਕਣ ਦਾ ਸ਼ੁਭ ਸਮਾਂ ਅਵਸਰ ਦਿੱਤਾ। ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚਲੀਏ ਦੁੱਖ। ਮਨੁੱਖ ਨੂੰ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਬਚਾਉਣ ਦੇ ਲਈ ਆਪਣੇ ਸਰੀਰ ਨੂੰ ਸਹੀ ਰੱਖਣ ਦੇ ਲਈ ਭੋਜਨ ਦੀ ਜ਼ਰੂਰਤ ਹੈ, ਵਿਟਾਮਿਨ ਦੀ ਜ਼ਰੂਰਤ ਹੈ, ਕੈਲਸ਼ੀਅਮ ਦੀ ਜ਼ਰੂਰਤ ਹੈ। ਜਦੋਂ ਕਿਸੇ ਵੀ ਚੀਜ਼ ਦੀ ਘਾਟ ਸਰੀਰ ਦੇ ਵਿੱਚ ਮਹਿਸੂਸ ਹੁੰਦੀ ਹੈ ਜਾਂ ਘਾਟ ਹੋ ਜਾਂਦੀ ਹੈ, ਸਰੀਰ ਪ੍ਰੋਪਰ ਕੰਮ ਨਹੀਂ ਕਰਦਾ। ਕਿਸੇ ਨੂੰ ਚੱਕਰ ਆਏਗਾ, ਕਿਸੇ ਦੇ ਦਰਦ ਹੋਏਗੀ, ਕਿਸੇ ਨੂੰ ਉਲਟੀ ਆਏਗੀ, ਕਿਸੇ ਨੂੰ ਖਾਣਾ ਨਹੀਂ ਪਚੇਗਾ। ਫਿਰ ਟੈਸਟ ਰਾਹੀਂ ਪਤਾ ਲੱਗਦਾ ਵੀ ਸਰੀਰ ਦੇ ਵਿੱਚ ਇਹ ਚੀਜ਼ ਘਟ ਗਈ ਤੇ ਇਹ ਚੀਜ਼ ਵੱਧ ਗਈ, ਇਹਨਾਂ ਨੂੰ ਸਹੀ ਕਰਨਾ ਪਏਗਾ। ਫਿਰ ਡਾਕਟਰ ਸਾਹਿਬਾਨ ਸਾਨੂੰ ਦਵਾਈ ਦਿੰਦੇ ਹਨ, ਐਂਟੀਬਾਇਓਟਿਕ ਦਿੰਦੇ ਹਨ ਤੇ ਉਹਦੇ ਨਾਲ ਹੌਲੀ ਹੌਲੀ ਅਸੀਂ ਆਪਣੇ ਪੈਰਾਂ ਤੇ ਆ ਜਾਂਦੇ ਹਾਂ। ਇੱਕ ਵਾਰੀ ਤੇ ਲੱਗਦਾ ਹੈ ਸ਼ਾਇਦ ਮੁੜ ਹੁਣ ਪੈਰਾਂ ਤੇ ਨਹੀਂ ਆਵਾਂਗੇ,
ਇੱਦਾਂ ਲੱਗਦਾ। ਜਦੋਂ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਉਸ ਨੂੰ ਇੰਝ ਲੱਗਦਾ ਪਤਾ ਨਹੀਂ ਖਰੇ ਅੰਤ ਹੀ ਆ ਗਿਆ, ਇਸ ਤਰ੍ਹਾਂ ਮਹਿਸੂਸ ਹੁੰਦਾ। ਪਰ ਨਹੀਂ, ਜ਼ਿੰਦਗੀ ਦੇ ਵਿੱਚ ਸਰੀਰ ਦੇ ਨਾਲ ਉਤਰਾ ਚੜਾ ਦੁੱਖ ਸੁੱਖ ਇਹ ਚੱਲਦੇ ਨੇ। ਜਦੋਂ ਸਾਨੂੰ ਦਵਾਈ ਖਾ ਕੇ ਆਰਾਮ ਆ ਜਾਂਦਾ ਅਸੀਂ ਬਹੁਤ ਰਿਲੈਕਸ ਖੁਸ਼ ਮਹਿਸੂਸ ਕਰਦੇ ਹਾਂ। ਫਿਰ ਆਪਣੇ ਨਿਤ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਔਰ ਆਪਣੇ ਜੀਵਨ ਨੂੰ ਮਾਣਦੇ ਹਾਂ। ਜੀਵਨ ਨੂੰ ਮਾਨਣਾ ਕੇਵਲ ਸਰੀਰ ਨੂੰ ਮਾਨਣਾ ਨਹੀਂ ਹੈ। ਜੀਵਨ ਨੂੰ ਮਾਨਣਾ ਕੇਵਲ ਸਰੀਰ ਦੇ ਸੁੱਖ ਮਾਨਣਾ ਨਹੀਂ ਹੈ। ਸਰੀਰ ਦੇ ਸੁੱਖਾਂ ਤੋਂ ਉੱਪਰ ਉੱਠ ਕੇ ਜੋ ਜੀਵੇਗਾ ਉਹ ਹੀ ਹਮੇਸ਼ਾ ਖੁਸ਼ ਰਹੇਗਾ। ਕਿਉਂਕਿ ਸੰਸਾਰ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਇਹਨਾਂ ਦੀ ਡਿਮਾਂਡਸ ਜਿਹੜੀ ਹੈ, ਮੰਗ ਜਿਹੜੀ ਹੈ, ਹਮੇਸ਼ਾ ਹੀ ਮਨ ਨੂੰ ਰਹਿੰਦੀ ਹੈ। ਤਾਂ ਹੀ ਕਹਿੰਦੇ ਨਾ ਸਤਿਪੁਰਖ ਸਰੀਰ ਤੋਂ ਉੱਪਰ ਉੱਠਣਾ ਹੈ। ਜੇ ਕੁਝ ਇਸ ਨੂੰ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਮਿਲਿਆ ਤੇ ਕੋਈ ਗੱਲ ਨਹੀਂ। ਸਰੀਰ ਦੀ ਜੰਝ ਕਹਿ ਲਈਏ ਸੰਸਾਰ ਦੇ ਰੰਗਾਂ ਤੇ ਵਾਸ਼ਨਾਵਾਂ ਤੋਂ ਉੱਪਰ ਉੱਠਣਾ। ਜੋ ਉੱਪਰ ਉੱਠਦਾ ਹੈ ਉਹ ਬਹੁਤ ਜ਼ਿਆਦਾ ਆਤਮਕ ਬਲ ਵਾਲਾ ਬਣ ਜਾਂਦਾ ਹੈ। ਆਤਮਕ ਬਲ ਵਾਲਾ ਮਨੁੱਖ ਬੜੀ ਚੜ੍ਹਦੀ ਕਲਾ ਵਿੱਚ ਰਹਿੰਦਾ ਔਰ ਬਹੁਤ ਚੜ੍ਹਦੀ ਕਲਾ ਵਿੱਚ ਜਿਉਂਦਾ ਹੈ। ਥੋੜਾ ਖਾ ਕੇ, ਥੋੜਾ ਪਹਿਨ ਕੇ, ਥੋੜਾ ਸੌਂ ਕੇ, ਥੋੜਾ ਬੋਲ ਕੇ ਉਹ ਆਨੰਦ ਵਿੱਚ ਰਹਿੰਦਾ। ਉਹਨੂੰ ਘਾਟ ਮਹਿਸੂਸ ਨਹੀਂ ਹੁੰਦੀ, ਉਹਦੇ ਅੰਦਰ ਵਾਧਾ ਹੁੰਦਾ। ਸੰਸਾਰੀ ਪਦਾਰਥਾਂ ਦੀ ਉਸ ਨੂੰ ਤੋਟ ਜਿਹੜੀ ਹੈ ਉਹ ਮਹਿਸੂਸ ਨਹੀਂ ਹੁੰਦੀ, ਕਿਉਂਕਿ ਆਤਮਕ ਗਿਆਨ, ਆਤਮਕ ਬਲ ਜਿਸ ਵਿੱਚ ਆ ਜਾਂਦਾ ਹੈ ਇਹ ਉਹਦੀ ਗੱਲ ਹੈ। ਤੇ ਇਹ ਚੀਜ਼ ਬਰਕਤ ਕਿਵੇਂ ਆਉਂਦੀ ਹੈ? ਅੱਜ ਦੇ ਸ਼ਬਦ ਤੋਂ ਸਾਨੂੰ ਸਾਰਾ ਗਿਆਨ ਮਿਲ ਜਾਣਾ। ਇਹ ਜਿਹੜੀ ਵਿਚਾਰ ਅਸੀਂ ਸਰਵਣ ਕੀਤੀ ਹੈ ਇਹ ਬਰਕਤ ਇਹ ਕਿਵੇਂ ਸਾਡੇ ਅੰਦਰ ਪਹੁੰਚੇਗੀ, ਆਏਗੀ? ਮਹਾਰਾਜ ਜੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 298। ਸ਼ਬਦ ਆਰੰਭ ਹੈ ਜੀ, ਆਠ ਪਹਿਰ ਗੁਣ ਗਾਈਐ ਹੈ, ਤਜੀਐ ਹੈ ਅਵਰ ਜੰਜਾਲ, ਜਮ ਕੰਕਰ ਜੋ ਨਾ ਸਕਈ, ਨਾਨਕ ਪ੍ਰਭੂ ਦਿਆਲ। ਆਠ ਪਹਿਰ ਗੁਣ ਗਾਈਐ, ਟੂ ਦੀ ਪੁਆਇੰਟ। ਗੁਰੂ ਨਾਨਕ ਨੇ 8 ਪਹਿਰ ਗਾਏ ਸੀ। ਹਾਂ, ਭਾਈ ਲਹਿਣੇ ਨੇ ਕੀ 8 ਪਹਿਰ ਗਾਏ ਸੀ? ਹਾਂ। ਕੋਈ ਸਵਾਲ ਕਰੋ। ਗੁਰੂ ਨਾਨਕ ਮਹਾਰਾਜ ਜੀ ਤੇ ਬਹੁਤ ਜ਼ਿਆਦਾ ਚਿਰ ਤੇ ਯਾਤਰਾ ਹੀ ਕਰਦੇ ਰਹੇ। ਕਦੀ ਕਿੱਧਰ ਚਲੇ ਗਏ, ਕਦੀ ਉੱਧਰ ਚਲੇ ਗਏ ਔਰ ਆਖਰੀ ਦਿਨਾਂ ਦੇ ਵਿੱਚ ਉਹ ਖੇਤੀ ਕਰਦੇ ਰਹੇ, ਡੰਗਰ ਚਾਰਦੇ ਰਹੇ, ਢੱਗਿਆਂ ਦੇ ਨਾਲ ਖੇਤੀ ਕਰਦੇ ਰਹੇ। ਤੇ ਮਨ ਵਿੱਚ ਆਉਂਦਾ ਵੀ 8 ਪਹਿਰ ਕਿਵੇਂ? ਭਾਈ ਲਹਿਣਾ ਵੀ ਹਰ ਵੇਲੇ ਕਦੀ ਕੋਈ ਕੰਮ, ਕਰਤਾਰਪੁਰ ਸਾਹਿਬ ਕਦੀ ਕੋਈ ਕੰਮ, ਕਦੀ ਕੋਈ ਕੰਮ, 24 ਘੰਟੇ ਉਹ ਸੇਵਾ ਦੇ ਵਿੱਚ ਰੁੱਝੇ ਰਹਿੰਦੇ। ਤੇ ਫਿਰ ਉਹ 8 ਪਹਿਰ ਗੁਣ ਕਿੱਦਾਂ ਗਾਏ ਉਹਨਾਂ ਨੇ? ਸਵਾਲ ਹੈ, ਇਹਦਾ ਜਵਾਬ ਵੀ ਬੜਾ ਪਿਆਰਾ। ਹੋਰ ਸਾਡੇ ਭਗਤ ਇੰਨੇ ਹੋਏ ਨੇ, ਕੋਈ ਕੱਪੜੇ ਰੰਗਦਾ ਹੈ, ਕੋਈ ਜੁੱਤੀਆਂ ਸਿਉਂਦਾ ਹੈ, ਕੋਈ ਮਾਸ ਕੱਟਦਾ ਹੈ, ਸਦਨੇ ਕਸਾਈ ਵਰਗਾ, ਕਿ ਉਹਨਾਂ ਨੇ 8 ਪਹਿਰ ਜਪਿਆ? ਯੈਸ, ਹਾਂ। ਫਿਰ ਸਵਾਲ ਕਰ ਸਕਦੇ ਹੋ ਤੁਸੀਂ, ਕਿਵੇਂ? ਦੱਸੋ। ਕਿਉਂਕਿ ਬਾਣੀ ਦੇ ਵਿੱਚ ਤਮਾਮ ਸਵਾਲਾਂ ਦੇ ਜਵਾਬ ਹਨ। ਬਾਣੀ ਹੈ ਹੀ ਉੱਤਰ ਦੇਣ ਵਾਸਤੇ, ਬਾਣੀ ਹੈ ਹੀ ਸ਼ੰਕੇ ਮਿਟਾਉਣ ਦੇ ਲਈ। ਉਤਰ ਗਿਓ ਮੇਰੇ ਮਨ ਕਾ ਸ਼ੰਕਾ, ਸੰਸਾ ਜਬ ਤੇ ਦਰਸ਼ਨ ਪਾਇਆ। ਇਸ ਕਰਕੇ ਦੁਨੀਆ ਦਾ ਕੋਈ ਸਵਾਲ ਹੀ ਐਸਾ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੋਵੇ। ਬੰਦਾ ਜਦੋਂ ਵੀ ਕੋਈ ਚੀਜ਼ ਦੇਖਦਾ, ਕਿਸੇ ਨੂੰ ਵੀ ਮਿਲਦਾ, ਸਭ ਤੋਂ ਪਹਿਲਾਂ ਸਵਾਲ ਆਉਂਦਾ ਹੈ। ਸਭ ਤੋਂ ਪਹਿਲਾਂ ਸਵਾਲ ਆਉਂਦਾ,
ਆਪਣੇ ਆਪ ਅੰਦਰੋਂ ਉੱਤਰ ਮਿਲ ਜਾਏ ਤੇ ਮੱਚ ਬੈਟਰ, ਨਹੀਂ ਤੇ ਉੱਤਰ ਪੁੱਛਣ ਦਾ ਯਤਨ ਕਰਦਾ ਇਹ ਕੌਣ ਹੈ, ਕਿਸ ਜਾਤ ਦਾ ਹੈ, ਕਿਸ ਜਗ੍ਹਾ ਤੋਂ ਆਇਆ, ਇੱਥੇ ਕਿੱਦਾਂ ਬੈਠਾ ਹੈ, ਇਹ ਕੀ ਕਰਨਾ ਹੈ। ਇਹ ਸਵਾਲ ਅੰਦਰ ਪੈਦਾ ਹੁੰਦੇ ਨੇ। ਮਨ ਦਾ ਸੁਭਾਅ ਹੀ ਹੈ ਸਵਾਲ ਕਰਨਾ। ਗੁਰੂ ਦਾ ਬਿਰਧ ਹੈ ਸਵਾਲਾਂ ਦੇ ਬਹੁਤ ਪਿਆਰੇ ਉੱਤਰ ਦੇਣਾ। ਜੇ ਕੋਈ ਸਮਝ ਲਏ ਤੇ ਉਹਦਾ ਭਲਾ ਹੋ ਜਾਂਦਾ ਹੈ, ਜੇ ਕੋਈ ਨਾ ਸਮਝੇ ਤੇ ਉਹ ਜ਼ਿੰਦਗੀ ਭਰਮ ਦੇ ਵਿੱਚ ਬਿਤਾਈ ਜਾਂਦਾ ਹੈ। ਇਸ ਕਰਕੇ ਗੁਰੂ ਦੀ ਗੁਰ ਕਹਿਆ ਸਾ ਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਓ। ਗੁਰੂ ਨੇ ਜੋ ਕਹਿਣਾ ਉਸ ਨੂੰ ਅਸੀਂ ਸਤ ਕਰਕੇ ਮੰਨਣਾ। ਗੁਰੂ ਨੇ ਕਈ ਵਾਰ ਇੱਦਾਂ ਦੀ ਗੱਲ ਵੀ ਕਹਿ ਦੇਣੀ ਹੈ, ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦੇ ਤੇ ਤੈਨੂੰ ਮੈਂ ਮਿਲ ਪਵਾਂਗਾ। ਉੱਥੇ ਵੀ ਅਸੀਂ ਭਰਮ ਤੇ ਸੰਸਾਰ ਨਹੀਂ ਕਰਨਾ। ਜੇ ਗੁਰੂ ਨੇ ਕਹਿ ਦਿੱਤਾ ਤੇਰਾ ਸਿਰ ਕੱਟਣਾ ਤੇ ਫਿਰ ਤੈਨੂੰ ਮੈਂ ਰੱਬ ਨਾਲ ਮਿਲਾ ਦੇਣਾ। ਸਿਆਣਾ ਤਰਕ ਵਾਲਾ ਕਹੇਗਾ ਜਦੋਂ ਸਿਰ ਹੀ ਲੱਥ ਗਿਆ ਰੱਬ ਨਾਲ ਮਿਲਣ ਦੀ ਗੱਲ ਹੈ, ਘਰਦਿਆਂ ਨਾਲ ਨਹੀਂ ਮਿਲ ਸਕਦੇ। ਜਦੋਂ ਸਿਰ ਹੀ ਲਾ ਦਿੱਤਾ ਤੇ ਫਿਰ ਰੱਬ ਨਾਲ ਤੇ ਪਤਾ ਨਹੀਂ ਮਿਲਣਾ ਕਿ ਨਹੀਂ, ਘਰਦਿਆਂ ਨਾਲ ਨਹੀਂ ਮਿਲ ਸਕਦੇ, ਆਪਣੇ ਆਪ ਨਾਲ ਨਹੀਂ ਮਿਲ ਸਕਦੇ। ਕਿੱਦਾਂ ਦੀਆਂ ਗੱਲਾਂ। ਪਰ ਗੁਰੂ ਸਮਰੱਥ ਹੈ, ਉਹ ਤੰਬੂ ਵਿੱਚ ਲਿਜਾ ਕੇ ਵੀ ਮੁੜ ਜੋੜ ਦਿੰਦਾ ਹੈ। ਹੋ ਸਕਦਾ ਸਾਨੂੰ ਇਸ ਤੇ ਭਰੋਸਾ ਨਾ ਹੋਵੇ ਪਰ ਕਰਨਾ ਪੈਣਾ। ਅੱਖਾਂ ਮੀਟ ਕੇ ਦੁਨੀਆ ਵਿੱਚ ਭਰੋਸਾ ਕਿਸੇ ਤੇ ਨਹੀਂ ਕਰਨਾ। ਅੱਖੀਂ ਮੀਟ ਕੇ ਭਰੋਸਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਕੀਤਾ ਜਾ ਸਕਦਾ ਹੈ। ਅੱਖਾਂ ਮੀਟ ਕੇ ਬਲਾਈਂਡ ਫੇਥ ਕਿਸੇ ਦੁਨੀਆ ਦੇ ਨਾ ਤੁਸੀਂ ਮੇਰੇ ਤੇ ਕਰੋ, ਮੈਂ ਨਾ ਤੁਹਾਡੇ ਤੇ ਕਰਾਂ। ਗੁਸਤਾਖੀ ਮਾਫ, ਨਾ ਕੋਈ ਤੁਸੀਂ ਆਪਣੇ ਰਿਸ਼ਤੇਦਾਰ ਤੇ ਕਰੋ। ਅੱਖੀਂ ਮੀਟ ਕੇ ਭਰੋਸਾ ਨਹੀਂ ਕਰਨਾ, ਕਿਉਂਕਿ ਸਾਰਿਆਂ ਦੇ ਵਿੱਚ ਇੱਕ ਮਨ ਹੈ। ਮਨ ਇੱਕ ਸਕਿੰਟ ਦੇ ਵਿੱਚ ਪਤਾ ਨਹੀਂ ਕੀ ਕੁਝ ਸੋਚਦਾ, ਬਦਲ ਜਾਂਦਾ। ਇਸ ਕਰਕੇ ਅੱਖੀਂ ਮੀਟ ਕੇ ਜੇ ਭਰੋਸਾ ਕਰਨਾ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਤੇ। ਇਹ ਕਦੇ ਵੀ ਧੋਖਾ ਨਹੀਂ ਦੇ ਸਕਦੇ, ਪੂਰੀ ਗਰੰਟੀ ਹੈ। ਇਨਸਾਨ ਧੋਖਾ ਦੇ ਸਕਦਾ, ਕਿਸੇ ਵੀ ਪ੍ਰਭਾਵ ਹੇਠ ਆ ਸਕਦਾ। ਸੋ ਸਾਡੀ ਵਿਚਾਰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਆਰੰਭ ਕੀਤੀ ਹੈ। 8 ਪਹਿਰ ਗੁਣ ਗਾਈ ਹੈ। ਅਸੀਂ ਵਿਚਾਰ ਕੀਤੀ ਸੀ ਸ਼ੁਰੂ ਵੀ ਗੁਰੂ ਨਾਨਕ ਮਹਾਰਾਜ ਜੀ ਨੇ 8 ਪਹਿਰ ਗਾਏ ਸੀ। ਹਾਂ, ਸਾਡੀਆਂ 10 ਪਾਤਸ਼ਾਹੀ ਨੇ 8 ਪਹਿਰ ਗਾਏ ਸੀ। ਹਾਂ, ਸਾਡੇ ਭਗਤਾਂ ਨੇ 8 ਪਹਿਰ ਗਾਏ ਸੀ। ਹਾਂ, ਕਿਵੇਂ ਗਾਏ ਸੀ ਦੱਸੋ, ਕਿਵੇਂ ਗਾਏ ਸੀ? ਮਨੁੱਖ ਦੇ ਅੰਦਰ ਭੈ ਬਣ ਜਾਏ ਤੇ ਭਾਵ ਆ ਜਾਏ। ਭੈ ਬਣ ਜਾਏ ਤੇ ਭਾਵ ਆ ਜਾਏ। ਭੈ ਮਤਲਬ ਸੰਸਾਰ ਦੀ ਕੋਈ ਵੀ ਮਾੜੀ ਚੀਜ਼, ਮਾੜੇ ਕਰਮ ਦਾ ਅੰਦਰ ਸਦਾ ਭੈ ਵਸ ਜਾਏ। ਤੇ ਭਾਵ ਜਿਹੜਾ ਪਰਮਾਤਮਾ ਤੇ ਪਰਮਾਤਮਾ ਦੀ ਬਣਾਈ ਹੋਈ ਸਾਰੀ ਕਾਇਨਾਤ, ਟੋਟਲੀ ਜੀਵਨ ਅਰਜੀਵ ਕੋਈ ਵੀ ਹੈ, ਦੁਨੀਆ ਦੀ ਹਰ ਇੱਕ ਚੀਜ਼ ਉਹਦੇ ਨਾਲ ਪ੍ਰੇਮ ਬਣ ਜਾਏ, ਉਹਦੇ ਨਾਲ ਪ੍ਰੇਮ ਬਣ ਜਾਏ ਤੇ ਡਰ ਰਹੇ ਮਾੜੀ ਚੀਜ਼ ਤੋਂ। ਕੋਈ ਵੀ ਗਲਤ ਚੀਜ਼ ਜਿਹੜੀ ਹੈ ਇਹ ਮੇਰੇ ਲਈ ਸਹੀ ਨਹੀਂ ਹੈ। ਭੈ ਤੇ ਭਾਵ ਅੰਦਰ ਬਣ ਜਾਏ। ਬਣ ਗਿਆ ਅੰਦਰ ਭੈ ਤੇ ਭਾਵ ਬਣ ਗਿਆ। ਫਿਰ ਇੱਕ ਗ੍ਰਸਤੀ ਬੰਦੇ ਨੇ ਜਦੋਂ ਸਵੇਰੇ ਉੱਠਣਾ, ਰੱਬ ਦੇ ਅੱਗੇ, ਇਸ਼ਟ ਅੱਗੇ ਰਾਮ ਰਾਮ ਕਹਿ ਕੇ, ਅੱਲਾ ਅੱਲਾ ਕਹਿ ਕੇ, ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੇ ਕੰਮਾਂ ਨੂੰ ਤੁਰਨਾ। ਕੀ ਉਸ ਦਾ ਕਿਸੇ ਜੌਬ ਤੇ ਗਿਆ 8 ਪਹਿਰ ਸਮਾਧੀ ਸਿਮਰਨ ਜਾਂ ਹਾਜ਼ਰੀ ਲੱਗ ਸਕਦੀ ਹੈ? ਕੀ ਇੱਕ ਖੇਤਾਂ ਦੇ ਵਿੱਚ ਗਿਆ ਹੋਇਆ ਕਿਸਾਨ, ਕੀ ਉਹ 8 ਪਹਿਰ ਪ੍ਰਮਾਤਮਾ ਨੂੰ ਯਾਦ ਕਰ ਸਕਦਾ? ਕੀ ਇੱਕ ਦੁਕਾਨ ਦੇ ਵਿੱਚ ਕੰਮ ਕਰਨ ਵਾਲਾ 8 ਪਹਿਰ ਕਰ ਸਕਦਾ? ਬਿਲਕੁਲ ਕਰ ਸਕਦਾ। ਗੁਰੂ ਨਾਨਕ ਮਹਾਰਾਜ ਜੀ ਨੇ ਨੌਕਰੀ ਵੀ ਕੀਤੀ ਹੈ, ਜੌਬ ਜਿਹਨੂੰ ਕਹਿੰਦੇ ਨੇ, ਸਰਕਾਰੀ ਨੌਕਰੀ। ਉਹ ਮੋਦੀ ਖਾਨੇ ਦੇ ਵਿੱਚ ਕੀਤੀ ਹੈ ਤੇ ਬਾਬਾ ਉੱਥੇ ਵੀ 8 ਪਹਿਰ ਗੁਣ ਗਾਉਂਦਾ। ਤੇ ਬਾਬੇ ਨੇ ਖੇਤੀ ਵੀ ਕੀਤੀ ਹੈ, ਉੱਥੇ ਵੀ 8 ਪਹਿਰ ਗੁਣ ਗਾਉਂਦਾ। ਬਾਬੇ ਨੇ ਕੀਰਤਨ ਵੀ ਕੀਤਾ, ਉੱਥੇ ਵੀ 8 ਪਹਿਰ ਗੁਣ ਗਾਉਂਦਾ। ਬਾਬੇ ਨੇ ਦੁਨੀਆ ਨੂੰ ਉਪਦੇਸ਼ ਵੀ ਦਿੱਤਾ, ਵਿਚਾਰ ਵੀ ਕੀਤਾ। ਬਾਬੇ ਨਾਨਕ ਨੇ ਵਿਚਾਰ ਵੀ ਕੀਤਾ। ਬਾਣੀ ਸਿੱਧ ਗੋਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ।
ਤੇ ਇਹਦਾ ਮਤਲਬ ਉਹਨਾਂ ਨੇ ਫਿਰ ਅੱਠੇ ਪੈਰ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਨੂੰ ਯਾਦ ਕੀਤਾ। ਹਾਂ, ਅੱਠੇ ਪੈਰ ਜੁੜਨ ਦਾ ਮਤਲਬ ਇਹ ਨਾ ਸਮਝ ਲੈਣਾ ਕਿ ਅਸੀਂ ਚੌਂਕੜਾ ਮਾਰ ਲਿਆ, ਅੱਖਾਂ ਮੀਟ ਲਈਆਂ ਜਾਂ ਮਾਲਾ ਫੜ ਲਈ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਾਧੂ ਜਿਹੜੇ ਨੇ ਕਈ ਮਹੀਨੇ ਕਈ ਸਾਲ ਜਿਹੜੇ ਸੀ ਉਹ ਚੌਂਕੜੇ ਤੇ ਬੈਠ ਕੇ ਤੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਸੀ ਜਾਂ ਨਹੀਂ ਜੁੜਦੇ ਸੀ, ਵੱਖਰੀ ਗੱਲ ਹੈ। ਕਿਧਰੇ ਇਹ ਨਾ ਅਸੀਂ ਸਮਝ ਲਈਏ ਵੀ ਉਹ ਹੀ ਅੱਠੇ ਪੈਰ ਸਮਾਧੀ ਹੈ। ਗੁਰੂ ਨਾਨਕ ਨੇ ਗ੍ਰਸਤ ਨੂੰ ਪ੍ਰਧਾਨ ਆਖਿਆ। ਉਹ ਜਿਹੜੇ ਸਿੱਧ ਜੋਗੀ ਸੀ ਨਾ, ਉਹ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਕਰਦੇ ਸੀ। ਕਈ ਘੰਟੇ ਯੋਗ ਸਾਧਨਾ ਅਭਿਆਸ ਪੁੱਠੇ ਸਿੱਧੇ ਲਟਕਦੇ ਸੀ, ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਰੱਬ ਦੇ ਨਾਲ ਸੁਰਤ ਜੋੜਨ ਦੀ ਕੋਸ਼ਿਸ਼ ਕਰਦੇ ਸੀ। ਕੋਈ ਆਪਣੇ ਮੱਥੇ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਟਿੱਕਾ ਲਾਉਂਦਾ ਸੀ ਚੰਦਨ ਦਾ ਠੰਡਕ, ਕੋਈ ਆਪਣੇ ਸਿਰ ਦੇ ਵਿੱਚ ਕੁਛ ਚੀਜ਼ ਮਲਦਾ ਸੀ, ਕੋਈ ਆਪਣੇ ਸਰੀਰ ਨੂੰ ਸੁਆਹ ਦੇ ਨਾਲ ਲਬੇੜਦਾ ਸੀ, ਕੋਈ ਕਿਸ ਤਰ੍ਹਾਂ ਦਾ ਢੰਗ ਅਪਣਾਉਂਦਾ ਸੀ ਉਸ ਪਰਮੇਸ਼ਰ ਦੇ ਨਾਲ ਜੁੜਨ ਦੇ ਲਈ। ਤੇ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਸਤਸੰਗ ਜੀ ਨਾਨਕ ਨਿਰਮਲ ਪੰਥ ਚਲਾਇਆ ਤੇ ਉਹਨਾਂ ਨੇ ਵੀ ਸੋਚਿਆ ਮੈਂ ਹੁਣ ਆਪਣੇ ਸਿੱਖ ਨੂੰ ਕੀ ਦੇਵਾਂ, ਤਿਲਕ ਦੇਵਾਂ, ਇਹਨੂੰ ਸੁਆਹ ਦੇਵਾਂ ਵੀ ਇਹ ਮਲ ਲਵੇ, ਇਹਨੂੰ ਮੈਂ ਕੀ ਦੇਵਾਂ। ਗੁਰੂ ਨਾਨਕ ਨੇ ਸੋਚਿਆ ਵੀ ਮੈਂ ਕੀ ਆਪਣੇ ਸਿੱਖ ਦੇ ਕੰਨ ਦੇ ਵਿੱਚ ਮੁੰਦਰਾਂ ਪਾ ਦਿਆਂ ਜਿੱਦਾਂ ਸਿੱਧ ਜੋਗੀਆਂ ਨੇ ਪਾਈਆਂ। ਬਾਬਾ ਨਾਨਕ ਕਹਿੰਦਾ ਵੀ ਹਾਂ ਇਹਨਾਂ ਨੂੰ ਦੇਵਾਂਗਾ ਜ਼ਰੂਰ ਮੈਂ ਕੁਛ, ਪਰ ਕੀ ਦੇਵਾਂਗਾ? ਮੁੰਦਾ ਸੰਤੋਖ, ਆਹ ਜਿਹੜੀਆਂ ਮੁੰਦਰਾਂ ਦੇਣੀਆਂ ਨੇ। ਮੇਰਾ ਜਿਹੜਾ ਸਿੱਖ ਹੋਏਗਾ ਨਾ ਇਹ ਜੋਗੀ ਹੋਏਗਾ, ਪਰ ਇਹ ਵੱਖਰੇ ਕਿਸਮ ਦਾ ਜੋਗੀ ਹੋਏਗਾ। ਜੇ ਮੇਰੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਕੰਨ ਆਪਣੀ ਵਡਿਆਈ ਤੇ ਦੂਸਰੇ ਦੀ ਨਿੰਦਿਆ ਸੁਣਨ ਦੇ ਲਈ ਹੀ ਬਣੇ ਰਹੇ, ਫਿਰ ਮੇਰੇ ਕੰਨ ਦੇ ਵਿੱਚ ਮੁੰਦਰਾਂ ਪਾਉਣ ਦਾ ਕੀ ਫਾਇਦਾ? ਮਹਾਰਾਜ ਜੀ ਨੇ ਵਡਿਆਈ ਵੀ ਖਤਮ ਕਰ ਦਿੱਤੀ। ਮਹਾਰਾਜ ਜੀ ਕਹਿੰਦੇ ਤੂੰ ਭੁੱਖ ਨਹੀਂ ਰੱਖਣੀ ਇਹਨਾਂ ਕੰਨਾਂ ਦੇ ਨਾਲ ਆਪਣੀ ਵਡਿਆਈ ਸੁਣਨ ਦੀ। ਉਸਤਤ ਨਿੰਦਾ ਦੋ ਤਿਆਗੈ ਖੋਜੇ ਪਦ ਨਿਰਵਾਣਾ। ਆਹ ਮਹਾਰਾਜ ਜੀ ਕਹਿੰਦੇ ਤੂੰ ਕਰਨਾ ਨਾ ਨਿੰਦਿਆ ਨੂੰ ਇੱਥੇ ਤੱਕ ਪਹੁੰਚਣ ਦੇਣਾ ਤੇ ਨਾ ਤੂੰ ਆਪਣੀ ਕੋਈ ਵਡਿਆਈ ਦੀ ਭੁੱਖ ਨੂੰ ਆਪਣੇ ਕੰਨਾਂ ਦੇ ਵਿੱਚ ਪਾਉਣ ਦੇਣਾ। ਸਮਝੀ ਮੁੰਦਰਾ ਹੀ ਨਹੀਂ। ਆਹ ਹੈ ਗ੍ਰਸਤੀ ਸਿੱਖ। ਮਹਾਰਾਜ ਜੀ ਕਹਿੰਦੇ ਮੇਰੇ ਸਿੱਖ ਨੂੰ ਕੋਈ ਭੁੱਖ ਨਹੀਂ ਹੋਏਗੀ, ਕੋਈ ਲਾਲਚ ਨਹੀਂ ਹੋਏਗਾ, ਸਬਰ ਸੰਤੋਖੀ ਹੋਏਗਾ। ਉਹ ਜਿਹੜੇ ਮਰਜੀ ਬਸਤਰ ਪਾਵੇ ਮੈਨੂੰ ਕੋਈ ਨਹੀਂ, ਉਹ ਚਿੱਟੇ ਪਾਲੇ, ਲਾਲ ਪਾਲੇ, ਕਾਲੇ ਪਾਲੇ, ਨੀਲੇ ਪਾਲੇ, ਮੈਂ ਨਹੀਂ ਕਹਿਣਾ। ਕਿਉਂਕਿ ਬਾਣੀ ਵਿੱਚ ਇਹ ਵੀ ਲਿਖਿਆ ਰੰਗ ਸਭੇ ਨਾਰਾਇਣੇ ਜੀਤੇ ਮਨ ਪਵਨ। ਗੁਰੂ ਮਹਾਰਾਜ ਜੀ ਨੇ ਹਰ ਇੱਕ ਨੂੰ ਆਜ਼ਾਦੀ ਦਿੱਤੀ ਹੈ, ਜਿੱਦਾਂ ਦਾ ਕੋਈ ਰੰਗ ਪਾਉਣਾ ਚਾਹੇ, ਆਪਣੇ ਮਨ ਦੀ ਖੁਸ਼ੀ ਹੈ ਵੀ ਪਾ ਲਓ। ਜੇ ਕੋਈ ਚਿੱਟੇ ਪਾਉਣੇ ਪਸੰਦ ਕਰਦਾ ਉਹਨੂੰ ਚਿੱਟੇ ਮੁਬਾਰਕ, ਜੇ ਕੋਈ ਰੰਗਦਾਰ ਪਾਉਣੇ ਪਸੰਦ ਕਰਦਾ ਉਹਨੂੰ ਰੰਗਦਾਰ ਮੁਬਾਰਕ। ਗੱਲ ਤੇ ਇਹ ਹੈ ਵੀ ਰੰਗਣਾ ਮਨ ਨੂੰ ਹੈ। ਬਾਬੇ ਨਾਨਕ ਨੇ ਉਦਾਸੀ ਭੇਖ ਪਾਈ ਰੱਖਿਆ। ਜਿਉਂ ਜਿਉਂ ਅੱਗੇ ਪਾਤਸ਼ਾਹ ਛੇਵੇਂ ਆਏ ਨੇ ਉਹਨਾਂ ਦੇ ਵਸਤਰ, ਉਹਨਾਂ ਦੇ ਚੋਲੇ ਲੱਖਾਂ ਦੇ ਵਿੱਚ ਸੀ। ਦਸ਼ਮੇਸ਼ ਪਿਤਾ ਦੇ ਚੋਲੇ, ਉਹਨਾਂ ਦੇ ਰੰਗ ਬਰੰਗੇ, ਉਹਨਾਂ ਦੇ ਬਹੁਤ ਪਿਆਰੇ ਪਿਆਰੇ ਸੁੰਦਰ ਸੁੰਦਰ ਚੋਲੇ ਹੁੰਦੇ ਸਨ ਸਾਹਿਬਜ਼ਾਦਿਆਂ ਦੇ। ਸੋ ਇਹ ਜ਼ਰੂਰੀ ਨਹੀਂ ਵੀ ਇੱਕੋ ਹੀ ਤਰ੍ਹਾਂ ਦਾ ਰੰਗ ਜਿਹੜਾ ਹੈ ਉਹ ਦਿੱਤਾ। ਰੰਗ ਸਾਰੇ ਪ੍ਰਮਾਤਮਾ ਦੇ ਹਨ, ਰੰਗ ਬਣਾਏ ਹੀ ਹਨ। ਹਾਂ ਇਹ ਹੈ ਵੀ ਸਰੀਰ ਨੂੰ ਕੱਜ ਕੇ ਰੱਖਣਾ, ਸਰੀਰ ਦਾ ਪ੍ਰਦਰਸ਼ਨ ਨਹੀਂ ਕਰਨਾ। ਇਹ ਸਾਨੂੰ ਸਾਦਗੀ ਜਿਹੜੀ ਹੈ ਸਾਡੇ ਗੁਰੂਆਂ ਨੇ, ਪੀਰਾਂ ਨੇ, ਪੈਗੰਬਰਾਂ ਨੇ ਦਿੱਤੀ ਹੈ। ਸਰੀਰ ਨੂੰ ਕੱਜ ਤੇ ਢੱਕ ਕੇ ਰੱਖਣਾ, ਅਦਬ ਰੱਖਣਾ, ਸਤਿਕਾਰ ਰੱਖਣਾ। ਤੇ ਇਹ ਮਹਾਰਾਜ ਨੇ ਗਹਿਣਾ ਵੀ ਕਿਹਾ। ਸੋ ਵਿਚਾਰ ਚੱਲ ਰਹੀ ਸੀ ਆਠ ਪਹਿਰ ਗੁਣ ਗਾਈਐ ਤਜੀ ਹੈ ਅਵਰ ਜੰਜਾਲ। ਤੇ ਸਾਡੇ ਗੁਰੂਆਂ ਨੇ ਸਾਨੂੰ ਕਹਿ ਦਿੱਤਾ ਮੇਰਾ ਸਿੱਖ ਅੱਠੇ ਪੈਰ ਭਗਤੀ ਦੇ ਵਿੱਚ ਹੈ। ਗੁਰੂ ਨਾਨਕ ਦਾ ਸਿੱਖ ਤੇ ਗ੍ਰਸਤੀ ਹੈ, ਉਹਨੇ ਜੌਬ ਤੇ ਵੀ ਜਾਣਾ, ਖੇਤਾਂ ਨੂੰ ਵੀ ਜਾਣਾ, ਦੁਕਾਨ ਵੀ ਖੋਲਣੀ ਹੈ। ਉਹ ਅੱਠ ਪੈਰ ਕਿੱਦਾਂ ਜੁੜ ਸਕਦਾ ਹੈ? ਸੋ ਧਿਆਨ ਦੇਣਾ। ਮੈਂ ਬੇਨਤੀ ਕੀਤੀ ਜਦੋਂ ਭੈ ਤੇ ਭਾਉ ਮਨ ਵਿੱਚ ਟਿਕ ਜਾਏ, ਜਦੋਂ ਗੁਰੂ ਪ੍ਰਤੀ ਭੈ ਤੇ ਭਾਉ ਮਨ ਵਿੱਚ ਟਿਕ ਜਾਏ,
ਬੰਦਾ ਚਾਹੇ ਵਾਹੀ ਕਰੇ, ਬੰਦਾ ਚਾਹੇ ਦੁਕਾਨ ਦੇ ਉੱਪਰ ਗਾਹਕਾਂ ਨੂੰ ਤੋਰੇ, ਚਾਹੇ ਹੋਰ ਕੋਈ ਕਾਰਜ ਕਰੇ, ਉਹ ਉਸ ਜਗ੍ਹਾ ਤੇ ਬੈਠਾ ਹੋਇਆ ਪਰਮ ਪਿਤਾ ਪਰਮਾਤਮਾ ਦਾ ਭੈ ਰੱਖੇ ਤੇ ਸਾਰਿਆਂ ਨਾਲ ਪ੍ਰੇਮ ਬਣਾ ਕੇ ਰੱਖੇ। ਆਮ ਕਰਕੇ ਕਿਹਾ ਜਾਂਦਾ ਵੀ ਜਿਹੜਾ ਗ੍ਰਾਹਕ ਹੁੰਦਾ ਹੈ, ਜਿਹੜਾ ਕਸਟਮਰ ਹੁੰਦਾ ਹੈ, ਇਹ ਰੱਬ ਦਾ ਰੂਪ ਹੁੰਦਾ ਹੈ। ਜੇ ਸੱਚਮੁੱਚ ਹੀ ਗ੍ਰਾਹਕ ਨੂੰ ਰੱਬ ਦਾ ਰੂਪ ਮੰਨ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਣਜ ਕੀਤਾ ਜਾਵੇ ਤੇ ਇਹ ਸੱਚ ਦਾ ਵਣਜ ਬਣ ਸਕਦਾ ਹੈ। ਇਹ ਸੱਚ ਦਾ ਵਣਜ ਬਣ ਸਕਦਾ। ਜੇ ਕੋਈ ਖੇਤੀ ਕਰਦਾ ਉਹ ਖੇਤੀ ਨੂੰ ਇਮਾਨਦਾਰੀ ਦੇ ਨਾਲ ਕਰੇ। ਇਹ ਨਹੀਂ, ਧਿਆਨ ਦੇਣਾ, ਬੜੀਆਂ ਪਿਆਰੀਆਂ ਵਿਚਾਰਾਂ ਆ ਰਹੀਆਂ। ਰਸਤਾ ਪਿਆ ਜਿਹੜਾ ਉਹ 10 ਫੁੱਟ ਦਾ ਹੋਵੇ ਤੇ ਕਿਰਾਏ ਦੇ ਨਾਲ ਕੱਟ ਕੇ ਉਹਨੂੰ 6 ਫੁੱਟ ਬਣਾ ਦੇ, ਇਹ 8 ਪੈਰ ਨਹੀਂ ਹੋਣੀ ਫਿਰ ਗੱਲ। ਇਹ ਤੇ ਲੈਣੇ ਦੇ ਦੇਣੇ ਪੈ ਜਾਣੇ ਨੇ। ਇਹ ਨਹੀਂ ਖੁਰਚ ਕੇ ਕਿਸੇ ਦੀ ਵੱਟ ਨੂੰ ਤੇ ਛੋਟੀ ਜਿਹੀ ਕਰਦੇ ਲੰਘਿਆ ਵੀ ਨਾ ਜਾਵੇ ਜੇ ਕਿਸਾਨੀ ਕਰਨੀ ਹੈ। ਇਹ ਨਹੀਂ ਦੁਕਾਨਦਾਰ ਹੋ ਕੇ ਵੱਟਾ ਰੱਖਿਆ 2 ਕਿਲੋ ਦਾ ਤੇ ਦੇਣਾ ਪੌਣੇ 2 ਕਿਲੋ। ਇਹ ਫਿਰ 8 ਪੈਰ ਬੰਦਗੀ ਭਜਨ ਨਹੀਂ ਹੋਣਾ। ਮਹਾਰਾਜ ਜੀ ਕਹਿੰਦੇ ਤੋਲਣਾ ਵੀ ਪੂਰਾ ਹੈ, ਖੇਤੀ ਵੀ ਸਹੀ ਕਰਨੀ ਹੈ, ਬੀਜ ਵੀ ਸਹੀ ਪਾਉਣਾ ਤੇ ਸਭ ਕੁਝ ਜਦੋਂ ਤੇਰੀ ਕਿਰਤ ਸੱਚੀ ਸੁੱਚੀ ਹੋ ਜਾਏਗੀ, ਇਹੀ ਤੇਰੀ ਬੰਦਗੀ ਬਣ ਜਾਏਗੀ। ਮਹਾਰਾਜ ਜੀ ਕਹਿੰਦੇ ਇਹੀ ਤੇਰੀ ਭਗਤੀ ਬਣ ਜਾਏਗੀ। ਸੱਚ ਹੈ। 8 ਪਹਿਰ ਗੁਣ ਗਾਈਏ। ਜਦੋਂ ਕਿਸੇ ਦੀ ਕਿਰਤ ਸੱਚੀ ਤੇ ਸੁੱਚੀ ਹੋਵੇ, ਇਮਾਨਦਾਰੀ ਵਾਲੀ ਹੋਵੇ। ਬੜੀ ਵਾਰ ਤੇ ਸੁਣ ਚੁੱਕੇ ਹਾਂ, ਗੁਰੂ ਨਾਨਕ ਮਹਾਰਾਜ ਜੀ ਭਾਈ ਲਾਲੋ ਦੀ ਪ੍ਰਸ਼ਾਦੇ ਰੋਟੀ ਨੂੰ ਕਬੂਲ ਕਰਦੇ ਨੇ। ਇਹਦਾ ਮਤਲਬ ਉਹ ਉਸ ਰੋਟੀ ਪ੍ਰਸ਼ਾਦੇ ਵਿੱਚ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵਰਗਾ ਰਸ ਹੈ। ਉਹ ਰਸ ਕਾਹਦੇ ਨਾਲ ਆਇਆ? ਉਹ ਰਸ ਕਾਹਦੇ ਨਾਲ ਆਇਆ? ਮਨ ਦੇ ਵਿੱਚ ਉਸਨੇ ਭੈ ਰੱਖਿਆ ਰੱਬ ਦੇ ਪਿਆਰੇ ਨੇ ਤੇ ਰੱਬ ਦੇ ਨਾਲ ਭਾਵ ਕੀਤਾ, ਪ੍ਰੇਮ ਕੀਤਾ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬੰਦੇ ਦੀ ਬਣ ਜਾਏ, ਉਹ ਕੋਈ ਵੀ ਕੰਮ ਕਰੇਗਾ। ਜੇ ਕੋਈ ਵੱਡਾ ਅਫਸਰ ਕੁਰਸੀ ਤੇ ਬੈਠਾ, ਧਿਆਨ ਦੇਣਾ, ਕੁਰਸੀ ਤੇ ਬੈਠਾ, ਉਹ ਵੀ 8 ਪੈਰ ਆਪਣੇ ਰੱਬ ਨਾਲ ਜੁੜ ਸਕਦਾ। ਪਰ ਜੇ ਵੱਡਾ ਆਫਿਸਰ, ਗਜ਼ਟਡ ਆਫਿਸਰ, ਉਹਨੇ ਬਾਹਰ ਪੀਅਨ ਰੱਖਿਆ ਤੇ ਉਹਨੂੰ ਕਵੇ ਵੀ ਜਿਹੜਾ ਵੀ ਆਵੇ ਫਾਈਲ ਦੇ ਵਿੱਚ 1000-2000 ਰੁਪਈਆ ਲੈ ਕੇ ਤੇ ਤਾਂ ਅੰਦਰ ਫਾਈਲ ਦੇਣੀ, ਉਹਦੇ ਸਾਈਨ ਹੋਣੇ ਨੇ, ਤੇ ਫਿਰ ਉਹਦੀ ਕਿਰਤ ਵੀ ਜਿਹੜੀ ਹੈ ਉਹ ਭਗਤੀ ਨਹੀਂ ਬਣਨੀ, ਉਹ ਕਿਰਤ ਦਾ ਹੋਰ ਰੂਪ ਬਣ ਜਾਣਾ, ਉਹਦਾ ਦੇਣਦਾਰ ਬਣ ਜਾਣਾ। ਉਹਨੂੰ ਮਹਾਰਾਜ ਜੀ ਨੇ ਫਿਰ ਕਹਿੰਦੇ ਨੇ, ਉਹ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਫਿਰ ਤੇਰੀ ਉਹ ਜਿਹੜੀ ਤੂੰ ਕਿਰਤ ਕਰਦਾ ਪਿਆ, ਇਸਨੇ ਵੀ ਤੇਰੇ ਹੱਥ ਵਿੱਚ ਕੜੀਆਂ ਪਵਾ ਦੇਣੀਆਂ ਨੇ। ਜਦੋਂ ਵਿਜੀਲੈਂਸ ਵਾਲੇ ਵੱਡੇ ਕੋਈ ਕਹਿੰਦੇ ਪਟਵਾਰੀ ਫੜਿਆ ਗਿਆ, ਇੱਦਾਂ ਆਉਂਦੀਆਂ ਨਾ ਖਬਰਾਂ, ਖਾਸ ਕਰਕੇ ਜਿਹੜੀ ਆਹ ਮਹਿਕਮਾ ਬਹੁਤ ਫੜੇ ਜਾਂਦੇ ਨੇ, ਫਲਾਨਾ ਪੁਲਿਸ ਵਾਲਾ ਥਾਣੇਦਾਰ ਫੜਿਆ ਗਿਆ, ਕੀ ਕਰਦਾ? ਰਿਸ਼ਵਤ ਲੈਂਦਾ। ਕਿੱਥੇ ਉਹ ਚੀਜ਼ ਨੇ ਉਸ ਨੂੰ ਸੈਲੂਟ ਮਰਾਉਣੇ ਸੀ। ਜੀ ਕਰਦੇ ਫਿਰਦੇ ਹਾਂ ਅਸੀਂ ਤਹਿਸੀਲਦਾਰ ਦੇ ਅੱਗੇ, ਵੱਡੇ ਅਫਸਰਾਂ ਦੇ ਅੱਗੇ ਜੀ ਕਰਦੇ ਫਿਰਦੇ, ਹੱਥ ਜੋੜਦੇ ਫਿਰਦੇ ਹਾਂ। ਪਰ ਜਦੋਂ ਉਸ ਨੂੰ ਰਿਸ਼ਵਤ ਲੈਂਦੇ ਫੜਿਆ ਜਾਂਦਾ ਹੈ ਤੇ ਉਸ ਨੂੰ ਅਰੈਸਟ ਕਰਕੇ ਉਸ ਨੂੰ ਡਿਸਮਿਸ ਕਰ ਦਿੱਤਾ ਜਾਂਦਾ ਹੈ, ਉਸ ਨੂੰ ਨੌਕਰੀ ਦੇ ਵਿੱਚੋਂ ਵੀ ਕੱਢ ਦਿੱਤਾ ਜਾਂਦਾ ਹੈ, ਉਸ ਨੂੰ ਪੈਨਸ਼ਨ ਵੀ ਨਹੀਂ ਮਿਲਦੀ। ਕਿਤੇ ਉਸ ਨੌਕਰੀ ਕਰਕੇ ਉਸ ਨੂੰ ਸਲਾਮਾਂ ਹੁੰਦੀਆਂ ਸਨ, ਕਿਤੇ ਉਹ ਘਰ ਬਹਿ ਗਿਆ, ਕਈ ਵਾਰ ਜੇਲ੍ਹ ਵੀ ਉਸ ਨੂੰ ਜਾਣਾ ਪੈਂਦਾ। ਇਹਦਾ ਮਤਲਬ ਉਹਦੇ ਮਨ ਵਿੱਚ ਜਦੋਂ ਭੈ ਤੇ ਭਾਵ ਨਹੀਂ ਰਿਹਾ ਤੇ ਉਹੀ ਚੀਜ਼ ਜਿਹੜੀ ਸੀ, ਜਿਹੜੀ ਰੋਟੀ ਦਿੰਦੀ ਸੀ, ਗਲ ਦੇ ਵਿੱਚੋਂ ਬੁਰਕੀ ਅੰਦਰ ਜਾਂਦੀ ਸੀ, ਉਹ ਫਾਂਸੀ ਦਾ ਫੰਦਾ ਬਣ ਗਈ। ਕਰਮ ਹੀ ਇਸ ਨੂੰ ਨਿਰੰਕਾਰ ਤੱਕ ਲੈ ਕੇ ਜਾਣਗੇ ਤੇ ਕਰਮ ਹੀ ਇਸ ਨੂੰ ਉੱਪਰੋਂ ਥੱਲੇ ਲੈ ਕੇ ਆਉਣਗੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਰੱਬ ਹਰ ਇੱਕ ਨੂੰ ਮੌਕਾ ਦਿੰਦਾ ਉੱਚਾ ਉੱਠਣ ਦਾ। ਜੇ ਕੋਈ ਉੱਚਾ ਨਹੀਂ ਉੱਠ ਸਕਿਆ ਤੇ ਫਿਰ ਉਹਦੀ ਆਪਣੀ ਗਲਤੀ ਹੈ। ਰੱਬ ਦੁਨੀਆ ਦੇ ਹਰ ਬੰਦੇ ਨੂੰ ਮੌਕਾ ਦਿੰਦਾ ਵੀ ਚੱਲ ਤੈਨੂੰ ਦਿੱਤਾ ਮੌਕਾ ਵੱਧ। ਜੇ ਹੁਣ ਕੋਈ ਨਾ ਵਧਣਾ ਚਾਹੇ ਤੇ ਫਿਰ ਰੱਬ ਦਾ ਕਸੂਰ ਨਹੀਂ। ਸੋ ਹੁਣ ਇੱਕ ਹੋਰ ਪੰਕਤੀ ਲੈਂਦੇ ਆ ਵੀ 8 ਪੈਰ ਕਿਵੇਂ ਬਣ ਸਕਦਾ ਹੈ ਜੀਵਨ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। 8 ਪੈਰ ਰਾਧੀਏ ਪੂਰਨ ਸਤਿਗੁਰ ਗਿਆਨ।
ਨਾਮਾ ਕਹੇ ਤਲੋਚਨਾ ਮੁਕਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਠ ਪਹਿਰ ਗੁਣ ਗਾਈਐ, ਆਠ ਪਹਿਰ ਗੁਣ ਗਾਈਐ। ਬੜੀਆਂ ਪਿਆਰੀਆਂ ਪੰਕਤੀਆਂ ਨੇ ਬਾਣੀ ਦੇ ਵਿੱਚ। ਨਾਮਾ ਕਹੇ ਤਲੋਚਨਾ ਮੁਕਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਬਾਣੀ ਦੇ ਵਿੱਚ ਲਿਖਿਆ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਭਗਤ ਜੀ ਪੰਡਤ ਜੀ ਆਪਣੇ ਹੱਥਾਂ ਦੇ ਨਾਲ ਕਾਰ ਕਰੋ, ਆਪਣੀ ਕਿਰਤ ਕਰੋ ਤੇ ਪ੍ਰਮਾਤਮਾ ਵੱਲ ਧਿਆਨ ਰੱਖੋ। ਕਿਵੇਂ? ਬੜੀਆਂ ਸੌਖੀਆਂ ਸੌਖੀਆਂ ਉਦਾਹਰਨਾਂ ਲੈਂਦੇ ਹਾਂ। ਜਿਵੇਂ ਡਰਾਈਵਰ ਗੱਡੀ ਚਲਾਉਂਦਾ ਤੇ ਉਹ ਗੱਲਾਂ ਸਾਰਿਆਂ ਨਾਲ ਕਰੀ ਜਾਂਦਾ, ਪਰ ਆਪਣੀ ਮੰਜ਼ਿਲ ਵੱਲ ਵਧੀ ਜਾਂਦਾ। ਉਹਦੀ ਰਫ਼ਤਾਰ ਵੱਧਦੀ ਜਾਂਦੀ ਹੈ, ਘਟਦੀ ਨਹੀਂ, ਭਾਵੇਂ ਉਹ ਗੱਲਾਂ ਕਰੇ, ਕਿਉਂਕਿ ਉਹਨੂੰ ਤਜਰਬਾ ਹੀ ਇੱਦਾਂ ਦਾ ਹੋ ਜਾਂਦਾ ਹੈ। ਇਹਦੇ ਵਾਸਤੇ ਅਸੀਂ ਇੱਕ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਲੈਂਦੇ ਹਾਂ। ਬਾਣੀ ਨਾਮਦੇਵ ਜੀਓ ਕੀ ਰਾਮਕਲੀ ਮਹੱਲਾ ਪਹਿਲਾ। ਨਾਮਦੇਵ ਜੀ ਕਹਿੰਦੇ ਨੇ ਕਿਵੇਂ? ਅੱਠ ਪਹਿਰ ਕਿਵੇਂ? ਅੱਠ ਪਹਿਰ ਸਬਜੈਕਟ ਆਇਆ। ਇਹ ਅੱਠ ਪਹਿਰ ਕਿਵੇਂ? ਭਗਤ ਜੀ ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੋਡੀ ਆਕਾਸ਼ ਮਧੇ ਭਰਮੀ ਲਈਏ, ਭਰਮੀ ਵਾਲੇ। ਕਹਿੰਦੇ ਦੇਖੋ ਇੱਕ ਬੱਚਾ ਛੋਟਾ ਜਿਹਾ ਇੱਕ ਕਾਗਜ਼ ਲਿਆਉਂਦਾ ਹੈ, ਕਾਗਜ਼ ਲਿਆ ਕੇ ਉਸਨੂੰ ਪਤੰਗ ਬਣਾਉਂਦਾ, ਗੁੱਡੀ ਬਣਾਉਂਦਾ ਹੈ, ਔਰ ਉਸ ਗੁੱਡੀ ਨੂੰ ਆਕਾਸ਼ ਵਿੱਚ ਝਾੜਦਾ। ਪਤੰਗ ਨੂੰ ਗੁੱਡਾ ਵੀ ਜਾਂ ਗੁੱਡੀ ਵੀ ਕਹਿੰਦੇ ਨੇ। ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਭਰਮੀ ਵਾਲੇ। ਉਹ ਅਸਮਾਨ ਵਿੱਚ ਉਡਾਉਂਦਾ। ਪੰਜ ਜਨਾਸੋਂ ਬਾਦ ਬਤੌਆ ਚੀਤ ਸਡੋਰੀ ਰਾਖੀ ਵਾਲੇ। ਤੁਸੀਂ ਦੇਖਣਾ ਜਿਹੜੇ ਪਤੰਗ ਉਡਾਉਂਦੇ ਨੇ, ਤੁਸੀਂ ਹੁਣ ਕਹਿਣਾ ਵੀ ਇਹ ਪਤੰਗਾਂ ਦੀ ਗੱਲ ਕਿੱਥੋਂ ਆ ਗਈ? ਇਹਦੀ ਉਦਾਹਰਨ ਦਿੱਤੀ ਹੈ ਬਾਣੀ ਦੇ ਵਿੱਚ। ਬਾਣੀ ਦੇ ਵਿੱਚ ਜਾਨਵਰਾਂ ਦੀਆਂ, ਪੰਛੀਆਂ ਦੀਆਂ, ਬਨਸਪਤੀ ਦੀਆਂ ਤਮਾਮ ਉਦਾਹਰਨਾਂ ਦੇ ਕੇ ਸਮਝਾਇਆ ਤਾਂ ਜੋ ਤੁਹਾਨੂੰ ਸੌਖੀ ਸਮਝ ਲੱਗ ਜਾਏ। ਕਈ ਕਹਿ ਦਿੰਦੇ ਨੇ ਵੀ ਇਹ ਇੱਧਰ ਉੱਧਰ ਦੀਆਂ ਗੱਲਾਂ ਹੋ ਜਾਂਦੀਆਂ ਨੇ। ਇਹ ਗੱਲਾਂ ਕਿਵੇਂ ਨੇ? ਦੇਖੋ ਇਹਦੇ ਵਿੱਚ ਪੰਕਤੀ ਵਿੱਚ ਲਿਖਿਆ ਪਤੰਗ, ਵੀ ਬੱਚੇ ਪਤੰਗ ਉਡਾਉਂਦੇ ਨੇ, ਉਹਨਾਂ ਦਾ ਧਿਆਨ ਹੁੰਦਾ ਪਤੰਗ ਵੱਲ ਤੇ ਡੋਰ ਉਹਨਾਂ ਦੇ ਹੱਥ ਵਿੱਚ ਹੁੰਦੀ ਹੈ। ਡੋਰ ਉਹਨਾਂ ਦੇ ਹੱਥ ਵਿੱਚ ਹੁੰਦੀ ਹੈ, ਦੇਖਦੇ ਉਹ ਪਤੰਗ ਵੱਲ ਹੈ, ਕਿਉਂਕਿ ਥੋੜਾ ਜਿਹਾ ਪਤੰਗ ਤੋਂ ਧਿਆਨ ਹਟਿਆ ਨਹੀਂ, ਪਤਾ ਨਹੀਂ ਪਤੰਗ ਨੇ ਕਿੱਧਰ ਨੂੰ ਇੱਕਦਮ ਝੋਕ ਮਾਰ ਦੇਣੀ, ਚਲਾ ਜਾਣਾ। ਉਹਨਾਂ ਦਾ ਧਿਆਨ ਹੁੰਦਾ ਆਨੀ ਲੈ ਕਾਗਦ ਕਾਟੀ ਲੈ ਗੋਡੀ ਆਕਾਸ਼ ਮਧੇ ਭਰਮੀ ਵਾਲੇ। ਪੰਜ ਜਨਾਸਿਓ, ਆ ਪੰਜ ਜਨਾ ਇੱਥੇ ਕਿਹਾ ਵੀ ਆਪਣੇ ਸਾਥੀਆਂ ਨਾਲ ਉਹ ਗੱਪਾਂ ਮਾਰਦਾ, ਗੱਲਾਂ ਕਰਦਾ ਔਰ ਬੜਾ ਹੱਸਦਾ। ਪੰਜ ਜਨਾਸੋਂ ਬਾਦ ਬਤੌਆ ਚੀਜ਼ ਡੋਰੀ, ਡੋਰੀ ਮਤਲਬ ਧਾਗਾ, ਡੋਰ। ਉਸ ਡੋਰੀ ਵੱਲ ਵੀ ਉਹਦਾ ਧਿਆਨ ਹੁੰਦਾ ਪੂਰਾ। ਉਹ ਡੋਰੀ ਨੂੰ ਇਹ ਨਹੀਂ ਦੇਖਦਾ ਵੀ ਮੇਰਾ ਪਿੰਨਾ ਜਾਂ ਉਹ ਮੇਰੀ ਚੱਕਰੀ ਜੀ ਖਤਮ ਹੋ ਜਾਏ ਤੇ ਪਤੰਗ ਹੱਥੋਂ ਨਿਕਲ ਜਾਏ ਨਾ। ਉਹਦਾ ਧਿਆਨ ਜਿਹੜਾ ਡੋਰੀ ਵੱਲ ਹੁੰਦਾ ਹੈ ਬਸ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆਪਣੇ ਦੁਨਿਆਵੀ ਕੰਮ ਕਰਦੇ ਕਰਦੇ ਤੋਂ ਅੱਠੇ ਪਹਿਰ ਜਿਹੜਾ ਹੈ ਉਹ ਰੱਬ ਨਾਲ ਜੁੜ ਸਕਦਾ। ਅਸੀਂ ਹੁਣ ਇਹ ਸਵਾਲ ਕਰ ਸਕਦੇ ਹਾਂ, ਚਲੋ ਅਸੀਂ ਸੁੱਤੇ ਹੋਏ ਤੇ ਇਹ ਕੰਮ ਕਰ ਸਕਦੇ ਹਾਂ, ਜਾਗਦੇ ਹੋਏ ਤੇ ਕਰ ਸਕਦੇ ਹਾਂ, ਸੁੱਤੇ ਕਿਵੇਂ? ਸੁੱਤੇ ਕਿਵੇਂ ਇਹ ਅੱਗੇ ਜਾ ਕੇ ਦੇਖਦੇ ਹਾਂ। ਅਗਲੀ ਪੰਕਤੀ ਲੈਂਦੇ ਹਾਂ। ਕਹਿੰਦੇ ਮਨ ਰਾਮ ਨਾਮਾ ਵਿਧਿਆ ਲੈ ਜੈਸੇ ਕਨਕ ਕਲਾ ਚਿੱਤ ਮਾਂਡੀਆ ਲੈ। ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਨੂੰ ਏਦਾਂ ਮਤਲਬ ਲਾ ਜੈਸੇ ਕਨਕ ਕਲਾ ਚਿੱਤ ਮੰਡ ਲੈ। ਜਿਵੇਂ ਸੁਨਿਆਰੇ ਦਾ ਮਨ ਜਿਹੜਾ ਦੂਸਰਿਆਂ ਨਾਲ ਗੱਲਾਂ ਬਾਤਾਂ ਕਰੀ ਜਾਂਦਾ, ਕੁਠਾਲੀ ਵਿੱਚ ਪਾਏ ਹੋਏ ਸੋਨੇ ਦੇ ਨਾਲ ਜੁੜਿਆ ਹੁੰਦਾ, ਉਹ ਗੱਲਾਂ ਵੀ ਕਰੀ ਜਾਂਦਾ, ਏਦਾਂ ਦਾ ਰੂਪ ਦੇਈ ਜਾਂਦਾ ਜਿਹੜਾ ਸੁਨਿਆਰਾ। ਉਹ ਕੁਠਾਲੀ ਦੇ ਵਿੱਚ ਸੋਨੇ ਨੂੰ ਮਾਰ ਫੋਕਾਂ ਨੂੰ ਲਾਲ ਕਰ ਦਿੰਦਾ ਤੇ ਫਿਰ ਹੌਲੀ ਹੌਲੀ ਉਹਦਾ ਕੁਛ ਦਾ ਕੁਛ ਬਣਾ ਕੇ ਰੱਖ ਦਿੰਦਾ ਹੈ, ਪਰ ਉਹ ਆਪਣੀਆਂ ਗੱਲਾਂ ਬਾਤਾਂ ਵੀ ਜਾਰੀ ਰੱਖਦਾ ਤੇ ਆਪਣਾ ਕੰਮ ਵੀ ਕਰੀ ਜਾਂਦਾ। ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜ ਕੁਆਰ ਪਰੰਦਰੀ ਹੈ। ਜਵਾਨ ਕੁੜੀਆਂ ਪੁਰਾਤਨ ਸਮੇਂ ਦੇ ਵਿੱਚ, ਹੁਣ ਵੀ ਕਈ ਸਟੇਟਾਂ ਦੇ ਵਿੱਚ ਘੜੇ ਸਿਰ ਤੇ ਰੱਖ ਕੇ ਆਪਣੀ ਕਮਰ ਤੇ ਰੱਖ ਕੇ ਤੇ ਦਰਿਆਵਾਂ ਨੂੰ, ਨਹਿਰਾਂ ਨਦੀਆਂ ਦੇ ਵਿੱਚੋਂ ਘੜੇ ਭਰਨ ਦੇ ਲਈ ਪਾਣੀ ਲੈਣ ਜਾਂਦੀਆਂ ਸਨ। ਜਵਾਨ ਕੁੜੀਆਂ ਆਨੀ ਲੈ ਕੁੰਭ ਭਰਾਈ ਲੈ ਉਦਕ, ਕੁੰਭ ਮਤਲਬ ਘੜੇ ਨੂੰ ਪਾਣੀ ਦੇ ਨਾਲ ਭਰ ਲੈਂਦੀਆਂ। ਰਾਜ ਕੁਆਰ ਪਰੰਦਰੀ, ਘੜਾ ਚੁੱਕ ਕੇ ਤੇ ਉਹ ਕੋਈ ਆਪਣੇ ਸਿਰ ਤੇ ਇੱਕ ਰੱਖ ਲੈਂਦੀ, ਕੋਈ ਦੂਜਾ ਰੱਖ ਲੈਂਦੀ, ਕਿ ਤੀਜਾ ਰੱਖ ਲੈਂਦੀ। ਉਹ ਰੱਖ ਕੇ ਕੀ ਕਰਦੀਆਂ? ਤੁਰ ਪੈਂਦੀਆਂ। ਤੁਸੀਂ ਦੇਖਣਾ ਕਈ ਜ਼ਿਮੀਦਾਰ ਲੋਕ ਜਿਹੜੇ ਨੇ ਪੱਠਿਆਂ ਦੀ ਪੰਡ ਸਿਰ ਤੇ ਰੱਖ ਕੇ ਮੁੜ ਉਹਨੂੰ ਹੱਥ ਨਹੀਂ ਲਾਉਂਦੇ, ਉਦਾਂ ਹੀ ਤੁਰੇ ਜਾਂਦੇ ਨੇ।
कहते ने आनी ले कुंभ भराई ले उदक राजकुआर पुरंदरीए हस्त विनोद विचार करती है चीत सो गागर राखी ले। वो जड़ियां मुटियारां पानी दे घड़े भर के सिर ते रखे होंदे ने 1 2 या 3 ते उन्होंने इस प्रकार टिकाए होंदे ने आस विच गल्लां भी करदियां ने हसदियां भी ने पर चित अपना जिहड़ा वो घड़े विच रखदियां ने उन्होंने अडोल रखदियां ने उन्होंने डिगन नहीं दिंदियां भी डिग के जे टुट ना जाए मतलब अडोल वो अपनी मंजिल ते पहुँच जांदियां हन। मंदिर एक द्वार दस जाके गऊ चरावन छाड़ी ले। एक घर है जिस दे 10 बूहे हैं इस विच मनुख गऊआं चारन लई छड्डदा है। 5 कोस पर गऊ चरावत चीत सो बचरा राखी ले। गऊआं जां पशु कई कोह ते 5 कोह ते जाके वो घाह चुगदियां हन। घाह चुगदियां हन तुसीं देखना वो घाह चुगदियां हन ते अपने बछेरे नूं पशु अपने बच्चे नूं हमेशा याद रखदा है हमेशा याद रखदा है। देखो असी इंद्रियां द्वारा संसार दे रसां नूं माणदे होए दसवां जिन्हों कहते गुप्त रखाया जिहड़ा गुरमुख है वो 10वें दे विच जुड़िया रहिंदा है। वो 9 दे विच लग के वो 10वें नूं भुलदा नहीं। असल विचार ये है पशु तुसी देखना तुसी भावें 4 किलोमीटर ते डंगर छड्डो चारण दे लई बाणी विच भगत नामदेव जी कहंदे ने मंदिर एक द्वार दस जाके गऊ चरावन छाड़िए ले 5 कोस पर गऊ चरावत 5 को दूर तक भी लै जाओ डंगर कई बार अपने आप तुहाडे घर विच आ जांदे ने भज्जे ही आउंदे ने दौड़े आउंदे ने ते उन्हां दे बच्चे उत्थे बज्जे होंदे ने आके उन्हां नूं चट्टण लग पैंदे ने उन्हां नूं लाड करन लग पैंदे ने उन्हां नूं चेते विच हुंदा भावें वो जाके ये टोबियां दे विच तलाबां दे विच नहाउंदे ने बाहर हरा चारा जां घाह खांदे ने पर वो मुड़ उन्हां दा ध्यान जिहड़ा उन्हां नूं पता भी घर साडे बच्चे भी ने छोटे ने नवजन्मे भी हो सकते हैं वो भज के उन्होंने पता भी असं उन्होंने दुध भी चंगाउणा है उन्होंने दुध भी पियाना सारिया चीज़ां जिहड़ियां ने एक पशु भी याद रखता है। देखो कैसी उदाहरणा भगत नामदेव जी ने दित्तियां हन। सो जे पशु सब कुछ ये कर सकते हैं तो मनुख क्यों नहीं जुड़ सकता। अपने कम धंधे करते हुए महाराज जी ने यही समझाउण दा यतन किया है। आखिरी पंक्ति नामदेव जी कहते कहत नामदेव सुनो त्रिलोचन त्रिलोचन नूं भगत नूं संबोधन करके कहते बालक पालन पौड़ी वाले कहते एक बाल नूं पंघूड़े दे विच मां पाउंदी है। एक बाल नूं पंघूड़े दे विच मां पाउंदी है अंतर बाहर काज विरोधी वो कदी घर दे अंदर कम करती है बाहर भी कम करती है रसोई दे विच भी कम करती है अंतर बाहर काज विरोधी चीत सुबारक राखी लकी उन्होंने अपने बालक नूं याद नहीं होंदा कि वह भुलदा है कदी भी उसनूं अपना पुत्र जां बालक जिहड़ा भुलदा नहीं उन्होंने याद रहिंदा है। जदों बच्चा थोड़ी जी भी चूं चूं करदा है जां बोलदा है ना ते मां दौड़ के उस बच्चे वल जांदी है ते उसनूं उठा लैंदी है ते उसनूं दुध पिआउण लग पैंदी है। मतलब वो करदी ते घर कम है सारा पर फिर भी ਉਹਦੇ चित्त ਦੇ ਵਿੱਚ अपने बालक प्रति ध्यान है। बस गल ध्यान दी है। शब्द की रमता हुई है 8 पैर गुण गाइए तजिए अवर जंजाल जम कंकर जो ना सकई नानक प्रभु दयाल भी 8 पैर किदां परमेश्वर दे नाल जुड़िया रहा जा सकदा है। साडे गुरु नानक पातशाह ने तो इन्नी बख्शिश की है। महाराज जी कहते ग्रह तज बन खंड जाइए चुन खाइए कंदा अजों विकार न छोड़ई पापी मन मंदा ते 9वें पातशाह ने क्या काहे रे बन खोजन जाई बन दा मतलब कला जंगल नहीं संसार भी जंगल है जी संसार दे विच बंदा गुआच जाए काहे रे बन खोजन जाई सर्वनिवासी सदा अलिपा तो ही संग समाई। सो महाराज जी कहंदे तू तपस्वी भी गृहस्थ विच रह के बनना संत भी तू गृहस्थ विच रह के बनना। बाबा बुढ़ा ब्रह्म ज्ञानी है कित्थे दा वासी वो गृहस्थी है वो गृहस्थी है। साडे जिन्ने भी संत भगत ने ये गृहस्थी ने उन्होंने दे बच्चे भी हैं। उन्होंने गुरु नानक महाराज जी ने गृहस्थ नूं बहुत पाक पवित्र एक रिश्ता दस्या।
ਦੂਸਰਿਆਂ ਨੂੰ ਭਾਵੇਂ ਇਹ ਗਲਤ ਲੱਗਿਆ, ਪਰ ਗੁਰੂ ਨਾਨਕ ਮਹਾਰਾਜ ਨੇ ਬਹੁਤ ਸੁਖਾਲਾ ਤਰੀਕਾ ਸਾਨੂੰ ਦੇ ਦਿੱਤਾ ਪਰਮੇਸ਼ਰ ਨਾਲ ਅੱਠੇ ਪੈਰ ਜੁੜਨ ਦਾ। ਹੱਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ। ਜ਼ਿੰਦਗੀ ਦੇ ਰੰਗ ਵੀ ਮਾਣ ਮਹਾਰਾਜ ਜੀ ਕਹਿੰਦੇ, ਤੇ ਮੁਕਤੀ ਦਾ ਦੁਆਰਾ ਵੀ ਪ੍ਰਾਪਤ ਕਰ। ਇਹ ਥੋੜਾ ਤੜਫਦਾ ਰਵੇ। ਇੱਕ ਬੰਦੇ ਸੰਨਿਆਸੀ ਬਣ ਗਿਆ ਜੀ, ਬ੍ਰਹਮਚਾਰੀ ਬਣ ਗਿਆ, ਤੜਫਦਾ ਹੀ ਰਹੇ, ਤੜਫਦਾ ਹੀ ਰਹੇ। ਮਹਾਰਾਜ ਜੀ ਕਹਿੰਦੇ ਘਰ ਛੱਡ ਸਕਦਾ, ਘਰ ਦਾ ਮੋਹ ਨਹੀਂ ਛੱਡ ਸਕਦਾ। ਦੂਸਰਿਆਂ ਨੂੰ ਦੇਖ ਕੇ ਵਾਸ਼ਨਾ ਪ੍ਰਚੰਡ ਹੋ ਕੇ ਅੰਦਰ ਅਗਨੀ ਬਲੇਗੀ ਹੀ ਬਲੇਗੀ, ਕਿਉਂਕਿ ਮਨ ਕਿਸੇ ਚੀਜ਼ ਨੂੰ ਮਿਸ ਜ਼ਰੂਰ ਕਰੇਗਾ ਵੀ ਮੇਰਾ ਵੀ ਪਰਿਵਾਰ ਹੁੰਦਾ, ਮੇਰੇ ਵੀ ਬੱਚੇ ਹੁੰਦੇ ਤੇ ਕੀ ਹੁੰਦਾ, ਕਦੇ ਨਾ ਕਦੀ ਮਨ ਵਿੱਚ ਆ ਜਾਂਦਾ। ਕਿਉਂਕਿ ਦੇਸ਼ ਛੋੜ ਪਰਦੇਸੇ ਧਾਇਆ, ਕੋਈ ਜੰਗਲ ਵਿੱਚ ਜਾ ਸਕਦਾ, ਕਿਸੇ ਮਹਾਂਪੁਰਖ ਦੇ ਡੇਰੇ ਜਾ ਸਕਦਾ, ਪਰ ਘਰਦਿਆਂ ਦਾ ਮੋਹ ਇਹ ਨੈਚੁਰਲੀ ਹੈ, ਕੁਦਰਤੀ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਇੱਕ ਪਸ਼ੂ ਆਪਣੇ ਬੱਚੇ ਦਾ ਮੋਹ ਨਹੀਂ ਛੱਡ ਸਕਦਾ, ਕੋਈ ਜੰਮ ਕੇ ਆਪਣੀ ਮਾਂ-ਬਾਪ ਨੂੰ ਕਦੇ ਵੀ ਨਹੀਂ ਛੱਡ ਸਕਦਾ, ਉਧਰ ਵਾਰ-ਵਾਰ ਜਾਏਗਾ। ਆਪਣੇ ਭੈਣ ਭਰਾਵਾਂ ਦੇ ਬੱਚਿਆਂ ਵੱਲ ਦਿਮਾਗ ਦਿਲ ਜਾਏਗਾ ਵੀ ਇਹ ਇਸ ਤਰ੍ਹਾਂ ਪ੍ਰਫੁੱਲਤ ਨੇ ਤੇ ਮੈਂ ਕਿੱਥੇ ਹਾਂ, ਮੇਰੇ ਜ਼ਿੰਦਗੀ ਵਿੱਚ ਵੀ ਸ਼ਾਇਦ ਇਹ ਐਸਾ ਹੋ ਸਕਦਾ ਸੀ। ਮਤਲਬ ਇਹ ਚੀਜ਼ ਪਿੱਛਾ ਨਹੀਂ ਛੱਡਦੀ। ਇਹ ਜਿਹੜੀ ਵਾਸ਼ਨਾ ਹੈ, ਮਹਾਰਾਜ ਜੀ ਕਹਿੰਦੇ ਤੇਰੇ ਪਿੱਛੇ ਹੀ ਲੱਗੀ ਰਹਿਣੀ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਗ੍ਰਸਥ ਮਾਰਗ ਨੂੰ ਐਵੇਂ ਹੀ ਨਹੀਂ ਅਪਣਾਉਣ ਨੂੰ ਕਿਹਾ, ਬਹੁਤ ਸੋਚ ਸਮਝ ਗਏ। ਸੋ ਮਹਾਰਾਜ ਜੀ ਨੇ ਸਾਨੂੰ ਦੱਸਿਆ, ਆਪਣੇ ਗ੍ਰਸਥ ਦੇ ਵਿੱਚ ਆਪਣੇ ਫਰਜ਼ ਨੂੰ ਅਦਾ ਕਰਦਾ ਹੋਇਆ ਭੈ ਦੇ ਭਾਵ ਦੇ ਵਿੱਚ ਰਹੀ, ਅੱਛੀ ਸੋਚ ਰੱਖੀ, ਸੱਚੀ ਸੁੱਚੀ ਕਿਰਤ ਕਰੀ। ਫਿਰ ਜ਼ਰੂਰੀ ਨਹੀਂ ਵੀ ਤੂੰ ਚੌਂਕੜਾ ਮਾਰ ਕੇ ਬੈਠਾ ਉਹਨੂੰ ਹੀ ਭਗਤੀ ਕਹਿੰਦੇ ਨੇ। ਭਗਤੀ ਦੇ ਰੂਪ, ਚਲੋ ਹੁਣ ਸਮਾਂ ਹੋ ਰਿਹਾ, ਭਗਤੀ ਕਿੰਨੇ ਪ੍ਰਕਾਰ ਦੀ ਹੈ। ਅਸੀਂ ਭਗਤੀ ਕਹਿ ਦਿੰਦੇ ਹਾਂ ਵੀ ਉਹ ਭਗਤੀ ਤੇ ਬੈਠਾ ਜੀ, ਇੰਨੇ ਘੰਟੇ ਬੈਠਦਾ ਉਹ ਭਗਤੀ ਤੇ। ਭਗਤੀ ਦੇ ਇੱਕ ਰੂਪ ਨਹੀਂ, ਭਗਤੀ ਦੇ ਕਈ ਰੂਪ ਨੇ। ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਡਿਸਕਸ਼ਨ ਕਰਾਂਗੇ ਵੀ ਭਗਤੀ ਕਿੰਨੇ ਪ੍ਰਕਾਰ ਦੀ ਹੈ। ਕੇਵਲ ਉਹ ਨਹੀਂ ਵੀ ਮਾਲਾ ਨੂੰ ਫੜ ਕੇ ਕੋਈ 2 ਘੰਟੇ 5 ਘੰਟੇ 8 ਘੰਟੇ ਬੈਠਾ ਰਹੇ, ਲੈ ਵੀ ਇੱਥੇ ਬੜਾ ਵੱਡਾ ਭਗਤ ਹੈ। ਭਗਤ ਕਬੀਰ ਜੀ ਕਹਿੰਦੇ, ਮੈਂ ਤੁਹਾਨੂੰ ਪਹਿਲਾਂ ਵੈਸੇ ਕਲੀਅਰ ਕਰ ਦੇਣਾ, ਕਬੀਰ ਮੇਰੀ ਸਿਮਰਨੀ। ਸਿਮਰਨਾ ਨਾ ਜਿਹੜਾ ਅਸੀਂ ਪੜ੍ਹਦੇ ਹਾਂ, ਇੱਥੇ ਪਾ ਲੈਂਦੇ ਹਾਂ, ਕੋਈ 27 ਮਣਕੇ ਵਾਲਾ ਪਾਉਂਦਾ, ਕੋਈ 54 ਵਾਲਾ, ਤੇ ਕੋਈ 108 ਵਾਲੀ ਮਾਲਾ ਐ ਲਪੇਟ ਲੈਂਦਾ ਹੱਥ ਤੇ। ਕਬੀਰ ਜੀ ਕਹਿੰਦੇ ਮੈਂ ਕਲੀਅਰ ਕਰਦਾ, ਸ਼ੁਰੂ ਦੇ ਵਿੱਚ ਹੀ ਪੰਕਤੀ ਹੈ, ਕਬੀਰ ਮੇਰੀ ਸਿਮਰਨੀ। ਮੇਰੀ ਸਿਮਰਨੀ ਕੀ ਹੈ? ਐ ਮੇਰੀ ਰਸਨਾ। ਰਸਨਾ ਦੇ ਨਾਲ ਤੁਸੀਂ ਜੋ ਜਪੋ, ਤੁਹਾਡੀ ਰਸਨਾ ਦੇ ਵਿੱਚੋਂ ਜੇ ਸੱਚ ਨਿਕਲਦਾ ਉਹ ਤੁਹਾਡਾ ਸਿਮਰਨ ਹੈ। ਹੱਕ ਤੇ ਸੱਚ ਦੀ ਆਵਾਜ਼ ਨਿਕਲਦੀ ਉਹ ਸਿਮਰਨ ਹੈ। ਸਿਮਰਨ ਦਾ ਰੂਪ ਕੇਵਲ ਵਾਹਿਗੁਰੂ ਨਹੀਂ, ਵਾਹਿਗੁਰੂ ਕਿਰਤ ਦੇ ਰੂਪ ਦੇ ਵਿੱਚ ਪਸਰ ਗਿਆ। ਵਾਹਿਗੁਰੂ ਇਸ ਸੰਸਾਰ ਦੇ ਕਣ ਕਣ ਦੇ ਵਿੱਚ ਰਾਮ ਈਸ਼ਵਰ ਅੱਲਾ ਭਗਵਾਨ ਬਣ ਕੇ ਵਿਚਰ ਗਿਆ। ਜਦੋਂ ਸਾਡੀ ਰਸਨਾ ਦੇ ਵਿੱਚੋਂ ਕੋਈ ਵੀ ਅਲਫਾਜ਼ ਸ਼ਬਦ ਨਿਕਲੇਗਾ, ਦੇਖੋ ਪਰਮਾਤਮਾ ਦਾ ਨਾਮ ਕੀ ਕਰਦਾ? ਠੰਡ ਹੀ ਪਾਉਂਦਾ ਹੈ ਨਾ। ਇੱਕ ਸਿੰਪਲ ਜੀ ਉਦਾਹਰਨ, ਪਰਮਾਤਮਾ ਦਾ ਨਾਮ ਕਹਿੰਦੇ ਜੋ ਲੈਂਦਾ ਉਹਨੂੰ ਠੰਡ ਪਾਉਂਦਾ ਹੈ। ਜਦੋਂ ਕਿਸੇ ਦੀ ਰਸਨਾ ਦੇ ਵਿੱਚੋਂ ਕੋਈ ਐਡਾ ਪਿਆਰਾ ਲਫ਼ਜ਼ ਨਿਕਲਦਾ ਹੈ, ਬੰਦੇ ਨੂੰ ਬੰਦਾ ਜਦੋਂ ਬੋਲਦਾ ਹੈ ਨਾ, ਉਹਨੂੰ ਘੁੱਟ ਕੇ ਗੱਲ ਬੱਕੜੀ ਪਾ ਕੇ ਤੇ ਰੋਣ ਲੱਗ ਜਾਂਦਾ। ਹੁਣ ਦੱਸੋ ਹੈ ਕੀ ਭਗਤੀ ਕਿ ਨਹੀਂ ਹੈ? ਇਹ ਭਗਤੀ ਦਾ ਰੂਪ ਹੈ ਕਿ ਨਹੀਂ ਰਸਨਾ ਦੇ ਵਿੱਚੋਂ? ਤਾਂ ਹੀ ਕਬੀਰ ਜੀ ਨੇ ਕਿਹਾ ਤੇਰੀ ਰਸਨਾ ਵੀ ਸਿਮਰਨੀ ਹੈ, ਭਗਤੀ ਹੈ। ਮਾਲਾ ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ, ਆਦ ਜੁਗਾਦ ਸਗਲ ਭਗਤ ਤਾਕੋ ਸੁਖ ਬਿਸਰਾਮ। ਤੇਰੇ ਨੇਤਰ ਵੀ ਨਾਮ ਸਿਮਰਨ ਭਗਤੀ ਹੈ। ਕਿਵੇਂ? ਦੋਏ ਦੋਏ ਲੋਚਨ ਪੇਖਾਂ ਹੋ, ਹਰ ਬਨੀ ਔਰ ਨਾ ਦੇਖਾਂ। ਇਹ ਸਰਵਨੋਂ ਮੇਰੇ ਉਹ ਸਾਚੇ ਸੁਨੇ ਨੋ ਬਿਠਾਏ, ਸੀਲ ਲਾਏ ਸੋ ਸਤ ਬਾਣੀ ਜਿਤ ਸੁਣੀ ਮਨ ਤਨ। ਇਹ ਕੀ ਚੀਜ਼ਾਂ ਨੇ? ਇਹੀ ਤੇ ਭਗਤੀ ਦਾ ਰੂਪ ਹੈ। ਸਮਝਾਉਣ ਦੀ ਗੱਲ ਹੈ ਤੇ ਸਮਝਣ ਦੀ ਗੱਲ ਹੈ। ਹੋਰ ਭਗਤੀ ਉਸ ਤਾਂ ਹੀ ਇਹ ਸਬਜੈਕਟ ਆਇਆ ਵੀ 8 ਪੈਰ। ਮੈਂ ਥੋੜਾ ਜਿਹਾ 8 ਪੈਰ ਤੇ ਜ਼ੋਰ ਦਿੱਤਾ ਵੀ 8 ਪੈਰ ਇਸ ਨੂੰ ਹੀ ਕਹਿੰਦੇ ਨੇ। ਜਦੋਂ ਸਾਡੇ ਕਰਮ ਇੰਦਰੀ, ਗਿਆਨ ਇੰਦਰੀ, ਸਾਡੇ ਸਰੀਰ ਦੇ ਇਹ ਜਿਹੜੇ ਦੁਆਰ ਨੇ, ਧਿਆਨ ਦੇਣਾ, ਇਹਨਾਂ ਦਾ ਕੰਮ ਜਿਹੜਾ ਪੋਜ਼ਿਟਿਵ ਹੋ ਜਾਏ, ਸਹੀ ਹੋ ਜਾਏ, ਤੇ ਸਤਸੰਗ ਦੀ ਇਹਨਾਂ ਦੇ ਬਾਅਦ ਧਿਆਨ ਦੇਣਾ, 9 ਦੁਆਰਿਆਂ ਦੇ ਵਿੱਚੋਂ ਨਿਕਲ ਕੇ ਆਉਂਦਾ 10ਵਾਂ, ਜਿਸ ਨੂੰ ਕਹਿੰਦੇ 10ਵਾਂ ਗੁਪਤਰ ਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। 10ਵਾਂ ਦੁਆਰ ਕੋਈ ਛੇਕ ਜਾਂ ਮੋਰੀ ਨਹੀਂ ਹੈ।
ਦਸਵਾਂ ਦੁਆਰ ਜਿਵੇਂ ਸਾਡੇ 9 ਦੁਆਰੇ ਛੇਕ ਨੇ ਨਾ, ਉਹ ਛੇਕ ਜਾਂ ਮੋਰੀ ਨਹੀਂ ਹੈ, ਉਹ ਇੱਕ ਗਿਆਨ ਦਾ ਸਾਗਰ ਹੈ, ਇੱਕ ਗਿਆਨ ਪ੍ਰਕਾਸ਼ ਦਾ ਕੁੰਡ ਹੈ। ਤੇ ਉਹਦੀ ਕੋਈ ਜਿਹੜੀ ਹੱਦ ਬੰਨਾ ਨਹੀਂ ਹੈ, ਉਸ ਦਸਵੇਂ ਦਾ ਹੱਦ ਬੰਨਾ ਨਹੀਂ ਹੈ। ਉਹ ਵਿਸ਼ਾਲ ਹੈ, ਉਹ ਸੁਣਨ ਕਹਿਣ ਤੋਂ ਬਾਹਰ ਹੈ। ਜਦ ਕੋਈ ਚਲਿਆ ਜਾਂਦਾ ਫਿਰ ਉਹ ਅਭੇਦ ਹੁੰਦਾ ਹੈ, ਪਰ ਇਹਨਾਂ ਨੌਹਾਂ ਦੇ ਵਿੱਚੋਂ ਉੱਪਰ ਉੱਠਣਾ ਪੈਂਦਾ ਹੈ। ਇਹਨਾਂ ਨੌਹਾਂ ਨੂੰ ਮਹਾਰਾਜ ਜੀ ਕਹਿੰਦੇ, ਨੌਹਾਂ ਦੇ ਰਸਾਂ ਨੂੰ ਮਹਾਰਾਜ ਜੀ ਕਹਿੰਦੇ ਤਲਾਂਜਲੀ ਦੇਣੀ ਪੈਂਦੀ ਹੈ, ਇਹਨਾਂ ਨੂੰ ਛੱਡਣਾ ਪੈਂਦਾ। ਤੇ ਫਿਰ ਇਹਦੇ ਵਾਰ ਨੈਚੁਰਲੀ ਕੁਦਰਤੀ ਆਪਣੇ ਆਪ ਦੇ ਵਿੱਚ ਉਹ ਰੰਗ, ਉਹ ਰਸ ਜੋ ਪ੍ਰਗਟ ਹੋਏਗਾ ਨਾ, ਝਿਮ ਅੰਮ੍ਰਿਤ ਵਰਸਦਾ ਜਿਹਨੂੰ ਕਹਿੰਦੇ, ਉਹ ਦਸਵੇਂ ਦੁਆਰ ਦੀ ਨਿਸ਼ਾਨੀ ਹੈ। ਜਦੋਂ ਤਮਾਮ ਸੰਸਾਰ ਦੇ ਸਾਰੇ ਹੀ ਪਦਾਰਥਾਂ ਦਾ ਗਿਆਨ ਹੋ ਜਾਏ, ਸੱਚ ਕੀ ਹੈ ਤੇ ਝੂਠ ਕੀ ਹੈ, ਇਹ ਵੀ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਦੋਂ ਇਹ ਚੀਜ਼ ਮਨੁੱਖ ਗ੍ਰਹਿਣ ਕਰ ਲਏ, ਇਹਨੂੰ ਦਸਵਾਂ ਕਹਿੰਦੇ ਨੇ। ਸੰਸਾਰ ਦੇ ਕਣ ਕਣ ਦੇ ਵਿੱਚ ਪ੍ਰਭੂ ਭਗਵਾਨ ਦਿਸਣਾ ਨਜ਼ਰ ਆ ਜਾਏ, ਇਹਨੂੰ ਕਹਿੰਦੇ ਨੇ ਦਸਵਾਂ। ਹੋਰ ਨਹੀਂ। ਕਈ ਤਰੀਕਿਆਂ ਦੇ ਨਾਲ ਵੈਸੇ ਦੱਸਿਆ ਹੋ ਸਕਦਾ, ਕੋਈ ਮੇਰੇ ਨਾਲ ਸਹਿਮਤ ਨਾ ਹੋਵੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਈ ਉਦਾਹਰਨ ਆਪ ਦੇ ਨਾਲ ਸਾਂਝੀਆਂ ਕਰ ਸਕਦਾ ਹਾਂ। ਇੱਕ ਉਹ ਗਿਆਨ ਦਾ ਸਾਗਰ, ਉਹ ਗਿਆਨ ਦਾ ਦੇਸ਼, ਜਾਂ ਭਗਤ ਰਵਿਦਾਸ ਜੀ ਦੀ ਵੀ ਇੱਕ ਪੰਕਤੀ ਲੈ ਲੈਂਦੇ, ਬੇਗਮਪੁਰਾ ਸ਼ਹਿਰ ਕੋ ਨਾਮ। ਇਹ ਮਤਲਬ ਜਿੱਥੇ ਗਮ ਨਾ ਹੋਵੇ, ਨੌਹਾਂ ਦੇ ਵਿੱਚ ਗਮ ਹੈ, ਦਸਵੇਂ ਵਿੱਚ ਗਮ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਦੋ ਨਹੀਂ ਤੇ ਠਾਓ। ਜੇ ਮਨੁੱਖੀ ਜਾਮੇ ਦੇ ਵਿੱਚ ਬੰਦਾ ਇਸ ਚੀਜ਼ ਤੋਂ ਨਿਰਲੇਪ ਹੈ ਤੇ ਉਹ ਇੱਥੇ ਹੀ ਦਸਵੇਂ ਦੁਆਰ ਦਾ ਵਾਸੀ ਹੈ, ਇੱਥੇ ਹੀ ਬੈਠਾ ਬੇਗਮਪੁਰਾ ਸ਼ਹਿਰ ਦਾ ਵਾਸੀ ਹੈ, ਇੱਥੇ ਬੈਠਾ ਹੀ ਉਹ ਸੱਚਖੰਡ ਦਰਗਾਹ ਦਾ ਵਾਸੀ ਹੈ। ਜਾਂ ਹੋਰ ਕਲੀਅਰ ਕਰਦੇ ਆ, ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਇੱਥੇ ਅਸੀਂ ਆਪਣੀਆਂ ਜੋ ਵੀ 9 ਦੁਆਰੇ ਨੇ, ਇਹਨਾਂ ਰਾਹੀਂ ਅਸੀਂ ਨਾਮ ਦੇ ਰਸ ਦੀ ਗੱਲ ਕਰ ਰਹੇ ਹਾਂ। ਤੇ ਇਹਦੇ ਦੁਆਰਾ ਨੈਚੁਰਲੀ ਦੇਖੋ, ਕੋਈ ਸਵਾਲ ਹੈ ਨਾ, ਮੈਥ ਦਾ ਸਵਾਲ ਹੈ, ਜਦੋਂ ਸਾਨੂੰ ਉਹਦਾ ਫਾਰਮੂਲਾ ਸਮਝ ਆ ਜਾਏ, ਮੈਥ ਦੇ ਜਿਹੜੇ ਸਿਆਣੇ ਟੀਚਰ ਨੇ ਉਹ ਸਿੱਧੇ ਸਵਾਲ ਨਹੀਂ ਕਢਾਉਂਦੇ, ਉਹ ਪਹਿਲਾਂ ਕਹਿੰਦੇ ਨੇ ਬੱਚਿਓ ਨੋਟ ਕਰੋ ਇਸ ਸਵਾਲ ਦਾ ਫਾਰਮੂਲਾ। ਤੇ ਫਿਰ ਜਦ ਫਾਰਮੂਲੇ ਦਾ ਪਤਾ ਲੱਗ ਜਾਏ ਤੇ ਫਿਰ ਇੱਕਦਮ ਸਵਾਲ ਹੱਲ ਹੋ ਜਾਂਦੇ ਹਨ। ਗੁਰੂ ਸਾਨੂੰ ਫਾਰਮੂਲਾ ਹੀ ਦੱਸਦਾ, 8 ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਆਪਣੀ ਸੋਚ ਨੂੰ, ਆਪਣੇ ਦੇਖਣੇ ਨੂੰ, ਆਪਣੇ ਸੁਣਨੇ ਨੂੰ, ਆਪਣੇ ਖਾਣ ਨੂੰ, ਆਪਣੇ ਕਰਨ ਨੂੰ, ਕਿਉਂਕਿ ਅਨ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਲੋਣ ਫੇਰ ਪੰਜਵਾਂ ਪਾਇਆ ਕਿਰਤਤਾ ਹੋਆ ਪਾਕ ਪਵਿੱਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਦ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਨਿਰੰਕਾਰ ਦਾ ਰੂਪ ਕੋਈ ਸਮਝ ਕੇ ਦੇਖੇਗਾ, ਮਹਿਸੂਸ ਕਰੇਗਾ, ਤੇ ਉਸ ਨੇ ਜਦੋਂ ਕਵਿਤਾ ਲਿਖਣੀ ਹੈ ਨਾ ਕਵੀ ਨੇ, ਤੇ ਉਹਦੇ ਵਿੱਚ ਹੀ ਮੋਤੀ ਪਰੋ ਕੇ ਰੱਖਦੇ ਨੇ। ਜਦ ਸਤਪੁਰਖ ਨੇ ਚਿੱਕੜ ਦੇ ਵਿੱਚ ਖਿਲੇ ਹੋਏ ਕਮਲ ਦੇ ਫੁੱਲ ਨੂੰ ਦੇਖਣਾ, ਉਹਨੇ ਉੱਥੋਂ ਹੀ ਗਿਆਨ ਦੇ ਦੇਣਾ। ਪਰਖਣ ਵਾਲੀ ਅੱਖ ਚਾਹੀਦੀ ਹੈ, ਰੱਬ ਦੇ ਸਾਹਮਣੇ ਪਿਆ, ਰੱਬ ਦੇ ਸਾਹਮਣੇ ਪਿਆ। ਅੱਖਾਂ ਸਹੀ ਹੁੰਦੀਆਂ ਨੇ ਅੰਨੇ ਬੰਦੇ ਦੀਆਂ, ਤੁਸੀਂ ਦੇਖੋ, ਉਹ ਲੱਗਦਾ ਕਹਿੰਦਾ ਤੈਨੂੰ ਦਿਸਦਾ ਨਹੀਂ, ਤੇਰੀਆਂ ਤੇ ਅੱਖਾਂ ਸਹੀ ਲੱਗਦੀਆਂ। ਉਹ ਕਹਿੰਦਾ ਨਹੀਂ ਪਿੱਛੋਂ ਲਾਈਟ ਨਹੀਂ ਆ ਰਹੀ, ਜਾਂ ਪਿੱਛੇ ਥੰਧਿਆਈ ਜੰਮ ਗਈ ਹੈ, ਕੁਛ ਇਸ ਦੇ ਪਿੱਛੇ ਲੈਂਜ ਖਰਾਬ ਹੋ ਚੁੱਕਾ ਹੈ। ਤੇ ਉਹ ਡਾਕਟਰ ਜਦੋਂ ਕੀ ਕਰਦਾ, ਉਹ ਅੱਜ ਕੱਲ੍ਹ ਦੇ 5-10 ਮਿੰਟ ਅੱਧਾ ਘੰਟਾ ਲੱਗਦਾ, ਉਹ ਪਿੱਛੋਂ ਸਾਫ਼ ਕਰਕੇ ਲੈਂਜ ਲਾ ਦਿੰਦੇ ਤੇ ਸਭ ਕੁਝ ਦਿਸਣਾ ਸ਼ੁਰੂ ਹੋ ਜਾਂਦਾ ਹੈ। ਸੋ ਮਹਾਰਾਜ ਜੀ ਕਹਿੰਦੇ ਜਦੋਂ ਇਹ ਮਨ ਇਸ ਤਰ੍ਹਾਂ ਮੈਲਾ ਹੋ ਜਾਏ, ਦੇਖਣਾ ਤੇ ਮਨ ਦੇ ਵਿੱਚੋਂ ਹੀ ਹੈ ਨਾ, ਪ੍ਰਮਾਤਮਾ 8 ਪਹਿਰ ਦੀ ਗੱਲ ਹੈ। ਮਨ ਨੂੰ ਥੰਧਿਆਈ ਲੱਗੀ ਹੋਈ ਹੈ, ਮਨ ਦੇ ਉੱਪਰ ਮਿੱਟੀ ਘੱਟਾ ਜੰਮਿਆ ਹੋਇਆ, ਜਾਂ ਮਨ ਇੱਕ ਸ਼ੀਸ਼ਾ ਹੈ, ਮਨ ਸ਼ੀਸ਼ਾ, ਇਹ ਸਾਨੂੰ ਆਪਣਾ ਆਪ ਦਿਖਾਉਂਦਾ। ਇਹਦੇ ਵਿੱਚ ਹੁਣ ਮਿੱਟੀ ਘੱਟਾ, ਜਦੋਂ ਤੁਸੀਂ ਬਾਹਰਲੇ ਸ਼ੀਸ਼ੇ ਦੇ ਉੱਪਰ ਕੋਈ ਸਪਰੇਅ ਕਰ ਦਿਓ ਵਾਈਟ ਕਾਲੀ, ਤੇ ਤੁਸੀਂ ਕਹੋ ਹਾਏ ਜੀ ਇਹਦੇ ਵਿੱਚ ਉੱਤੇ ਸ਼ੀਸ਼ੇ ਦਾ ਦੋਸ਼ ਹੈ, ਇਹਦੇ ਵਿੱਚ ਮੇਰਾ ਮੂੰਹ ਨਹੀਂ ਦਿਸਦਾ। ਨਹੀਂ, ਉਸ ਨੂੰ ਕਲੀਨ ਕਰਨਾ ਪਏਗਾ ਜੋ ਸ਼ੀਸ਼ੇ ਦੇ
ਉੱਪਰ ਕੁਝ ਜੰਮਿਆ, ਉਹਨੂੰ ਕਾਟਨ ਦੇ ਨਾਲ ਕਿਸੇ ਕੈਮੀਕਲ ਦੇ ਨਾਲ ਉਹਨੂੰ ਸਾਫ਼ ਕਰ ਦਿੱਤਾ ਜਾਏ ਤੇ 10 20 50 ਸਾਲ ਪੁਰਾਣੇ ਸ਼ੀਸ਼ੇ ਵੀ ਉਸੇ ਤਰ੍ਹਾਂ ਮੁੱਖ ਦਿਖਾ ਦਿੰਦੇ ਨੇ। ਮਤਲਬ ਮੈਲ ਜੰਮ ਗਈ, ਉਸ ਨੂੰ ਲਾਹ ਦਿੱਤਾ ਜਾਏ ਤੇ ਆਪਣਾ ਫੇਸ ਦੇਖਿਆ ਜਾ ਸਕਦਾ। ਮਨ ਇੱਕ ਸ਼ੀਸ਼ਾ, 8 ਪੈਰ ਇਹਦੇ ਵਿੱਚੋਂ ਪਰਮਾਤਮਾ ਨੂੰ ਦੇਖਿਆ ਜਾ ਸਕਦਾ। ਜੇ ਭੈ ਤੇ ਭਾਉ ਦੇ ਵਿੱਚ ਬੰਦਾ ਆਪਣੇ ਜੀਵਨ ਨੂੰ ਗੁਜ਼ਾਰਨਾ ਸ਼ੁਰੂ ਕਰ ਦੇਵੇ। ਇਹ ਸੀ ਪੰਗਤੀ, ਪਹਿਲੀ ਪੰਗਤੀ ਸੀ 8 ਪੈਰ ਗੁਣ ਗਾਈਏ ਤਜੀਏ ਅਵਰ ਜੰਜਾਲ। ਬਾਕੀ ਪੰਗਤੀਆਂ ਮੈਂ 1 ਮਿੰਟ 'ਚ ਪੂਰੀ ਕਰਦਾ ਸ਼ਾਰਟ ਵਿੱਚ। ਜਮ ਕੰਕਰ ਜੋ ਨਾ ਸਕੀ ਨਾਨਕ ਪ੍ਰਭੂ ਦਿਆਲ। ਮਹਾਰਾਜ ਜੀ ਕਹਿੰਦੇ ਮੌਤ ਦਾ ਡਰ, ਜਮ ਦਾ ਡਰ ਤੈਨੂੰ ਫਿਰ ਟੱਚ ਨਹੀਂ ਕਰ ਸਕਦਾ। ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ, 8 ਕਰਾਮਾਤੀ ਤਾਕਤਾਂ, ਦੁਨੀਆ ਦੇ 9 ਖਜ਼ਾਨੇ, ਸਗਲ ਪਦਾਰਥ ਪੂਰਨ ਬੁੱਧ। ਇੰਨੀ ਪਿਆਰੀ ਅਕਲ ਪ੍ਰਾਪਤ ਹੋ ਜਾਂਦੀ ਹੈ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਸਗਲ ਪਦਾਰਥ, ਤਮਾਮ ਸਾਰੇ ਪਦਾਰਥਾਂ ਦਾ ਤੇਰੇ ਚਰਨਾਂ ਵਿੱਚ ਡਿੱਗਣਾ ਤੈਅ, ਡਿੱਗਣਾ ਤੈ। ਸਗਲ ਪਦਾਰਥ ਪੂਰਨ ਬੁੱਧ ਔਰ ਐਸੀ ਅਕਲ ਪ੍ਰਾਪਤ ਹੋ ਜਾਂਦੀ ਹੈ। ਕਵਲ ਪ੍ਰਗਾਸ ਸਦਾ ਆਨੰਦ। ਮਨ ਇੰਨਾ ਚਾਉ ਦੇ ਵਿੱਚ ਆ ਜਾਂਦਾ ਜਿਵੇਂ ਧੁੱਪ ਦੇ ਨਾਲ ਕਈ ਫੁੱਲ ਖਿੜਦੇ ਆ ਨਾ, ਕਿੱਦਾਂ ਖਿੜੇ ਹੁੰਦੇ ਨੇ, ਐਦਾਂ ਮਹਾਰਾਜ ਜੀ ਕਹਿੰਦੇ ਕਵਲ ਪ੍ਰਗਾਸ ਸਦਾ ਆਨੰਦ। ਮਨ ਖਿੜਿਆ ਰਹਿੰਦਾ, ਨਿਰਮਲ ਰੀਤ ਨਿਰੋਧਰ ਮੰਤ। ਪ੍ਰਮਾਤਮਾ ਦਾ ਨਾਮ ਐਸਾ ਮੰਤਰ ਹੈ ਜਿਸ ਮੰਤਰ ਦੀ ਬਰਕਤ ਦੇ ਨਾਲ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ। ਸਗਲ ਧਰਮ ਪਵਿੱਤਰ ਇਸ਼ਨਾਨ, ਸਾਰੇ ਧਰਮਾਂ ਦਾ ਇੱਕੋ ਹੀ ਪਵਿੱਤਰ ਇਸ਼ਨਾਨ ਹੈ, ਉਹ ਹੈ ਨਾਮ। ਸਭ ਮੈਂ ਊਚ ਬਸੇਖ ਗਿਆਨ। ਸਾਰੇ ਹੀ ਸ਼ਾਸਤਰ ਪੜ੍ਹ ਲਓ, ਸਾਰੀਆਂ ਸਿਮਰਤੀਆਂ ਪੜ੍ਹ ਲਓ, ਸਾਰੇ ਗ੍ਰੰਥ ਪੜ੍ਹ ਲਓ। ਸਭ ਮੈਂ ਊਚ ਬਸੇਖ, ਬਸੇਖ ਮਤਲਬ ਵਿਸ਼ੇਸ਼ ਗਿਆਨ। ਸਭ ਨਾਲੋਂ ਉੱਤਮ ਹੈ ਨਾਮ ਦਾ ਗਿਆਨ। ਹਰ ਹਰ ਭਜਨ ਪੂਰੇ ਗੁਰ ਸੰਗ, ਪੂਰੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਭਜਨ ਕੀਤਾ ਜਾਏ ਜਾਂ ਭਜਨ ਸੁਣਿਆ ਜਾਏ ਜਾਂ ਭਜਨ ਦਾ ਪਤਾ ਲੱਗਦਾ ਵੀ ਭਜਨਾ ਕਿੱਦਾਂ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਹੀ ਲਾਓ, ਜਪ ਤਰੀਏ ਨਾਨਕ ਨਾਮ ਹਰ ਰੰਗ। ਸੋ ਮਹਾਰਾਜ ਜੀ ਕਹਿੰਦੇ ਨਾਮ ਦੇ ਰੰਗ ਵਿੱਚ ਰੰਗ ਕੇ ਤੂੰ ਇਸ ਭਵ ਜਲ ਸਾਗਰ ਤੂੰ ਪਾਰ ਹੋ ਜਾਏਗਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ। ਇਹਦਾ ਭਾਵ ਅਰਥ ਗੁਰੂ ਮਹਾਰਾਜ ਜੀ ਮਿਹਰ ਕਰਨਾ ਸਾਡੇ ਸਭਨਾਂ ਦੇ ਹਿਰਦਿਆਂ ਦੇ ਵਿੱਚ ਸਦੀਵੀ ਵਸਾ ਦੇਣਾ, ਤਾਂ ਜੋ ਸਾਡਾ ਅਗਲਾ ਪੈਂਡਾ ਜਿਹੜਾ ਹੈ ਗੁਰਮਤਿ ਅਨੁਸਾਰ ਤੈਅ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।